ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪੰਜਵਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਾਹੀ ਕਿਛ ਪਾਰਾ ਵਾਰਾ। ਕੋਟ 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 ਲਖ ਧਾਵੈ, ਇਕ ਤਿਲ ਤਾਕਾ ਮਹਿਲ ਨਾ ਪਾਵੈ। ਸੁਹਾਵੀ ਕੌਣ ਸੋ ਵੇਲਾ, ਜਿਤ ਪ੍ਰਭ ਮੇਲਾ ਰਹਾਉ। ਲਾਖ ਭਗਤ ਜਾ ਕਉ ਆਰਾਧਹਿ, ਲਾਖ ਤਪੀਸਰ ਤਪ ਹੀ ਸਾਧਹਿ। ਲਾਖ ਜੋਗੀਸਰ ਕਰਤੇ ਜੋਗਾ, ਲਾਖ ਭੋਗੀਸਰ ਭੋਗਹਿ ਭੋਗਾ। ਘਟ ਘਟ ਵਸਹਿ ਜਾਣਹਿ ਥੋਰਾ, ਹੈ ਕੋਈ ਸਾਜਣ ਪਰਦਾ ਤੋਰਾ। ਕਰੋ ਜਤਨ ਜੇ ਹੋਏ ਮਿਹਰਬਾਨਾ, ਤਾ ਕਉ ਦੇਈ ਜਿਉ ਕੁਰਬਾਨਾ। ਫਿਰਤ ਫਿਰਤ ਸੰਤਨ ਪਹਿ ਆਇਆ, ਦੁਖ ਭਰਮ ਹਮਾਰਾ ਸਗਲ ਮਿਟਾਇਆ। ਮਹਿਲ ਬੁਲਾਇਆ ਪ੍ਰਭ ਅੰਤਰ ਪੁੰਚਾ, ਕਹੋ ਨਾਨਕ ਪ੍ਰਭ ਮੇਰਾ ਊਚਾ। ਅਤ ਊਚਾ ਤਾਕਾ ਦਰਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਰਬਾਰ ਕਿੱਥੇ ਹੈ ਔਰ ਕਿੰਨਾ ਕੁ ਵੱਡਾ ਹੈ। ਕੋਈ ਕਹਿੰਦਾ ਹੈ ਮਹਾਰਾਜ ਬਲ ਰਾਜੇ ਦੇ ਦਰਬਾਰ ਦੇ ਅੱਗੇ ਅਕਾਲ ਪੁਰਖ ਪ੍ਰਮਾਤਮਾ ਜੋ ਵਚਨ ਕੀਤਾ ਸੀ ਪਹਿਰਾ ਲਾਇਆ ਹੋਇਆ, ਉੱਥੇ ਦਰਬਾਰ ਹੈ ਪਤਾਲਾਂ ਦੇ ਅੰਦਰ।
ਕੋਈ ਸਮੁੰਦਰ ਦੇ ਅਖੀਰ ਵਿੱਚ ਮੰਨਦਾ ਹੈ, ਕੋਈ ਆਕਾਸ਼ ਦੇ ਵਿੱਚ ਮੰਨਦਾ ਹੈ। ਹੇ ਸਤਿਗੁਰੂ ਜੀ, ਆਪ ਕਿਰਪਾ ਕਰਕੇ ਦੱਸੋ ਕਿ ਪਰਮੇਸ਼ਰ ਦਾ ਦਰਬਾਰ ਕਿੱਥੇ ਹੈ ਔਰ ਕਿੰਨਾ ਕੁ ਵੱਡਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਵਡਹੰਸ ਰਾਗ ਦੇ ਅੰਦਰ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਹੈ। ਹੇ ਗੁਰਸਿੱਖੋ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਉਸ ਪਰਮੇਸ਼ਰ ਦਾ ਦਰਬਾਰ ਦਾ ਅੰਤ ਕਿਵੇਂ ਕੋਈ ਪਾ ਸਕਦਾ ਹੈ। ਇਤਨਾ ਵੱਡਾ ਹੈ, ਇਤਨਾ ਵਿਸ਼ਾਲ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਬਾਰ, ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਹੈ। ਸਾਧ ਸੰਗਤ ਜੀ, ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਘਰ ਸੁਰ ਤਾਲ ਅੰਦਰ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਅਦੁੱਤੀ ਸਰੂਪ ਹੈ ਓੰਕਾਰ, ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਪਰਮੇਸ਼ਰ ਦਾ ਸਰੂਪ ਸੱਚਾ ਹੈ। ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ, ਜੋ ਕਾਲ ਤੋਂ ਰਹਿਤ ਹੈ। ਸੰਸਾਰ ਦੇ ਅੰਦਰ ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ, ਸਭ ਕਾਲ ਦੇ ਬਣਾਏ ਹੋਏ, ਕਾਲ ਦੀ ਲਪੇਟ ਵਿੱਚ ਆਉਣ ਵਾਲੇ ਹਨ। ਉਹ ਪਰਮਾਤਮਾ ਦੇਸ਼ ਕਾਲ ਵਸਤੂ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪਰਮਾਤਮਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਹੈ, ਜੋ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੋ ਸਕਦਾ ਹੈ। ਅਤ ਉੱਚਾ ਤਾ ਕਾ ਦਰਬਾਰਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹਨ। ਐ ਗੁਰਸਿੱਖੋ, ਪਰਮਾਤਮਾ ਦਾ ਦਰਬਾਰ ਅਤ ਬਹੁਤ ਜ਼ਿਆਦਾ ਉੱਚਾ ਹੈ। ਕਿਤਨਾ ਕੁ ਉੱਚਾ ਹੈ, ਉਸ ਪਰਮਾਤਮਾ ਦੇ ਦਰਬਾਰ ਦੀ ਉਚਾਈ ਨੂੰ ਨਾ ਤਾਂ ਮਾਪਿਆ ਜਾ ਸਕਦਾ, ਨਾ ਤੋਲਿਆ ਜਾ ਸਕਦਾ, ਨਾ ਗਿਣਿਆ ਜਾ ਸਕਦਾ ਹੈ। ਤਿੰਨ ਪੈਮਾਨੇ ਹਨ ਸੰਸਾਰ ਭਰ ਦੇ ਅੰਦਰ। ਇਹਨਾਂ ਤਿੰਨਾਂ ਪੈਮਾਨਿਆਂ ਦੁਆਰਾ ਹੀ ਸੰਸਾਰ ਦੇ ਅੰਦਰ ਜਾਂ ਤਾਂ ਕਿਸੇ ਵਸਤੂ ਨੂੰ, ਕਿਸੇ ਸ਼ਕਤੀ ਨੂੰ ਤੋਲਿਆ ਜਾਂਦਾ ਹੈ ਜਾਂ ਮਾਪਿਆ ਜਾਂਦਾ ਹੈ, ਜਾਂ ਫਿਰ ਗਿਣਿਆ ਜਾ ਸਕਦਾ ਹੈ। ਪਰ ਪਰਮਾਤਮਾ ਤਿੰਨਾਂ ਪੈਮਾਨਿਆਂ ਤੋਂ ਪਰੇ ਹੈ। ਜਿਤਨੀ ਵੀ ਬਣਾਈ ਹੋਈ ਵਾਹਿਗੁਰੂ ਦੀ ਸ੍ਰਿਸ਼ਟੀ ਹੈ, ਹਰ ਇੱਕ ਜੀਵ ਨੂੰ ਪਰਮਾਤਮਾ ਨੇ ਮਰਜ਼ਾਦਾ ਵਿੱਚ ਬੰਨ੍ਹ ਕੇ ਰੱਖਿਆ। 84 ਲੱਖ ਜੂਨਾਂ ਹਨ, ਭਾਵੇਂ ਦੇਵੀ ਸ਼ਕਤੀਆਂ ਹਨ, ਦੇਵੀ ਦੇਵਤੇ ਹਨ, ਹੋਰ ਵੀ ਭਾਵੇਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ, ਹੋਰ ਜੰਤਰਾਂ ਮੰਤਰਾਂ ਵਾਲੇ ਤਮਾਮ ਸੰਸਾਰ ਭਰ ਦੇ ਜੀਵ ਹਨ। ਹਰ ਇੱਕ ਜੀਵ ਨੂੰ ਪਰਮਾਤਮਾ ਨੇ ਮਰਜ਼ਾਦਾ ਵਿੱਚ ਬੱਧਾ। ਕੋਈ ਨਾ ਕੋਈ ਸੀਮਾ ਪਰਮਾਤਮਾ ਨੇ ਬਣਾਈ ਹੈ ਕਿ ਇੰਨੀ ਕੁ ਸੀਮਾ, ਇੰਨੇ ਕੁ ਦਾਇਰੇ ਦੇ ਵਿੱਚ ਰਹਿ ਕਰਕੇ ਜ਼ਿੰਦਗੀ ਬਤੀਤ ਕਰ ਸਕਦਾ ਹੈ। ਇੰਨੀਆਂ ਕੋਈ ਸ਼ਕਤੀਆਂ ਆਪਣੇ ਕੋਲ ਰੱਖ ਸਕਦਾ ਹੈ। ਪਰਮਾਤਮਾ ਨੇ ਹਰ ਇੱਕ ਜੀਵ ਦੀ ਸੀਮਾ ਬਣਾਈ ਹੈ, ਪਰ ਪਰਮਾਤਮਾ ਦੀ ਆਪਣੀ ਕੋਈ ਸੀਮਾ ਨਹੀਂ ਹੈ। ਭਾਵੇਂ ਸਾਧ ਸੰਗਤ ਜੀ ਵੱਡੇ ਵੱਡੇ ਸੰਸਾਰ ਭਰ ਦੇ ਅੰਦਰ ਦਰਬਾਰ ਲਾਉਣ ਵਾਲੇ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਵੀ ਹੋ ਚੁੱਕੇ ਨੇ। ਕਿੰਨੀਆਂ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਵੀ ਸੰਸਾਰ ਭਰ ਦੇ ਵਿੱਚ ਹੋ ਚੁੱਕੇ ਸੀ। ਬੜਾ ਉਹਨਾਂ ਦਾ ਨਾਮ ਸੰਸਾਰ ਭਰ ਦੇ ਅੰਦਰ ਰਿਹਾ। ਭਾਵੇਂ ਬਹੁਤ ਵੱਡੇ ਦਰਬਾਰ ਵੀ ਲੱਗਦੇ ਰਹੇ ਹੈ, ਪਰ ਉਹਨਾਂ ਦਰਬਾਰਾਂ ਦੀ ਕੋਈ ਨਾ ਕੋਈ ਸੀਮਾ ਸੀ ਕਿ ਇੰਨਾ ਕੋ ਵੱਡਾ, ਇੰਨਾ ਵਿਸ਼ਾਲ ਇਸ ਰਾਜੇ, ਇਸ ਮਹਾਰਾਜੇ ਜਾਂ ਚੱਕਰਵਰਤੀ ਬਾਦਸ਼ਾਹ ਦਾ ਦਰਬਾਰ ਸਜਿਆ ਕਰਦਾ ਸੀ। ਪਰ ਸਾਧ ਸੰਗਤ ਜੀ, ਪਰਮਾਤਮਾ ਦੇ ਦਰਬਾਰ ਦੀ ਕੋਈ ਸੀਮਾ ਨਹੀਂ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ ਆਸਾ ਰਾਗ ਅੰਦਰ
ਕਿ ਪਰਮੇਸ਼ਰ ਦੇ ਸਰੂਪ ਦਾ ਕੋਈ ਅੰਤ ਨਹੀਂ, ਕਿੰਨਾ ਕੁ ਉੱਚਾ ਹੈ। ਤੇ ਫਿਰ ਸਾਧ ਸੰਗਤ ਜੀ, ਜਿਸ ਥਾਂ ਤੇ ਪਰਮੇਸ਼ਰ ਦਾ ਦਰਬਾਰ ਲੱਗਾ ਹੈ, ਉਹਦਾ ਅੰਤ ਕਿਵੇਂ ਕੋਈ ਪਾ ਸਕਦਾ ਹੈ? ਜਿਸ ਦਰਬਾਰ ਦੇ ਅੰਦਰ ਪਰਮੇਸ਼ਰ ਸਜਿਆ ਹੋਇਆ, ਉਹਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਹਜੂਰ ਦੇ ਮੁਖ ਵਾਕ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ, ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਾਰ ਲਾਗੈ, ਢੂਡ ਰਹੇ ਹਮ ਮੂਚਾ। ਸਤਿਗੁਰੂ ਜੀ ਕਹਿੰਦੇ ਹਨ ਕਿ ਸਾਰੇ ਸੰਸਾਰ ਭਰ ਦੇ ਜੀਵਾਂ ਵਿੱਚ, ਸਭ ਬ੍ਰਹਮੰਡਾਂ ਵਿੱਚ ਦੇਖਿਆ ਹੈ, ਪਰ ਪਰਮਾਤਮਾ ਜੈਸਾ ਕੋਈ ਉੱਚਾ ਨਹੀਂ ਸੀ, ਨਾ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਹੋ ਨਹੀਂ ਸਕੇਗਾ ਜਿੰਨਾ ਉੱਚਾ ਪਰਮਾਤਮਾ ਜੀ ਦਾ ਸਰੂਪ ਹੈ। ਤੋ ਇਸੇ ਪ੍ਰਕਾਰ ਹਜੂਰ ਫਰਮਾਨ ਕਰ ਰਹੇ ਨੇ, ਅਤ ਉੱਚਾ ਤਾ ਕਾ ਦਰਬਾਰਾ। ਹੇ ਗੁਰਸਿੱਖੋ, ਇਹ ਤਾਂ ਐਵੇਂ ਸੰਸਾਰ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਕਿ ਪਤਾਲ ਦੇ ਵਿੱਚ ਪਰਮੇਸ਼ਰ ਦਾ ਦਰਬਾਰ ਹੈ, ਬਲ ਰਾਜੇ ਦੇ ਦਰਬਾਰ ਦੇ ਸਾਹਮਣੇ ਪ੍ਰਮਾਤਮਾ ਨੇ ਆਪਣਾ ਨਿਵਾਸ ਕੀਤਾ, ਜਾਂ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਦੀ ਸਤਾ ਤੇ ਹੈ, ਜਾਂ ਆਕਾਸ਼ ਦੇ ਵਿੱਚ ਹੈ, ਜਾਂ ਬ੍ਰਹਮ ਲੋਕ ਦੇ ਵਿੱਚ ਹੈ। ਇਹ ਤਾਂ ਕੇਵਲ ਸੰਸਾਰ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ। ਹੈ ਪਰਮੇਸ਼ਰ ਸਰਬ ਵਿਆਪਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਦਰਬਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਕਿੰਨਾ ਕੋ ਵੱਡਾ ਹੈ, ਕਿੰਨਾ ਕੋ ਆਕਾਰ ਦਾ ਹੈ, ਕੋਈ ਅੰਤ ਨਹੀਂ ਪੈਂਦਾ, ਨਾ ਮਾਪਿਆ ਜਾਂਦਾ, ਨਾ ਤੋਲਿਆ ਜਾਂਦਾ, ਨਾ ਗਿਣਿਆ ਜਾ ਸਕਦਾ। ਐਸਾ ਮਹਾਰਾਜ ਕਹਿੰਦੇ ਅਤ ਉੱਚਾ, ਬਹੁਤ ਵੱਡਾ ਪਰਮੇਸ਼ਰ ਦਾ ਦਰਬਾਰ ਹੈ। ਸਭ ਤੋਂ ਉੱਚਿਆਂ ਤੋਂ ਉੱਚਾ ਪਰਮੇਸ਼ਰ ਦਾ ਦਰਬਾਰ ਹੈ। ਅੰਤ ਨਾਹੀ ਕਿਛ ਪਾਰਾਵਾਰਾ। ਤੇ ਮਹਾਰਾਜ ਕਿਸੇ ਨੇ ਅੰਤ ਪਾਇਆ ਹੋਵੇਗਾ? ਸਤਿਗੁਰੂ ਜੀ ਕਹਿੰਦੇ ਨਹੀਂ, ਉਸ ਪਰਮਾਤਮਾ ਦੇ ਦਰਬਾਰ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਜੇ ਪਰਮੇਸ਼ਰ ਦਾ ਅੰਤ ਨਹੀਂ ਪੈਂਦਾ, ਕਿੰਨਾ ਕੁ ਵੱਡਾ ਹੈ ਪਰਮਾਤਮਾ ਦਾ ਸਰੂਪ, ਉਹਦੇ ਦਰਬਾਰ ਦਾ ਕਿਵੇਂ ਕੋਈ ਅੰਤ ਪਾ ਸਕਦਾ? ਸਾਧ ਸੰਗਤ ਜੀ, ਜੇ ਪ੍ਰਤੱਖ ਵੀ ਕਿਸੇ ਨੇ ਨਿਵਾਸ ਕਰਨ ਦੇ ਲਈ, ਤਖਤ ਤੇ ਸੱਜਣ ਦੇ ਵਾਸਤੇ ਕੋਈ ਤਖਤ ਤਿਆਰ ਕੀਤਾ ਹੋਵੇ, ਕੋਈ ਦਰਬਾਰ ਲਗਾਇਆ ਹੋਵੇ, ਉਹ ਆਪਣੇ ਨਾਲੋਂ ਵੱਡਾ ਹੀ ਦਰਬਾਰ ਬਣਵਾਵੇਗਾ ਨਾ, ਆਪਣੇ ਨਾਲੋਂ ਵੱਡਾ ਹੀ ਤਿਆਰ ਕਰਾਵੇਗਾ। ਤੇ ਜੇ ਪਰਮੇਸ਼ਰ ਦਾ ਸਾਧ ਸੰਗਤ ਜੀ ਅੰਤ ਨਹੀਂ, ਤੇ ਉਹਦੇ ਦਰਬਾਰ ਕਿੰਨਾ ਕੁ ਵੱਡਾ ਹੋਵੇਗਾ, ਕਥਨੇ ਤੋਂ ਬਾਹਰ ਹੈ। ਨਹੀਂ ਕੋਈ ਅੰਤ ਪਾ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਅੰਤ ਨਹੀਂ ਕਛ ਪਾਰਾ ਵਾਰਾ। ਹੇ ਗੁਰਸਿੱਖੋ, ਉਹਦੇ ਉਰਾਰ ਪਾਰ ਦਾ ਵੀ ਕਦੇ ਅੰਤ ਨਹੀਂ ਪੈਂਦਾ ਕਿ ਇੰਨਾ ਚੌੜਾ ਹੈ, ਇੰਨੀ ਲੰਬਾਈ ਹੈ ਪਰਮੇਸ਼ਰ ਦੇ ਦਰਬਾਰ ਦੀ, ਕੋਈ ਹੱਦ ਸੀਮਾ ਨਹੀਂ ਹੈ। ਹੱਦ ਸੀਮਾ ਤੋਂ ਪਰੇ ਪਰਮਾਤਮਾ ਦਾ ਦਰਬਾਰ ਹੈ। ਕੋਟ 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 ਲੱਖ ਧਾਵੈ। ਤੇ ਸਤਿਗੁਰੂ ਜੀ ਸੰਸਾਰ ਦੇ ਜੀਵ ਯਤਨ ਤਾਂ ਕਰਦੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 1 2 4 ਨਹੀਂ, ਪਤਾ ਨਹੀਂ ਕਿੰਨੇ ਕੁ ਕਰੋੜਾਂ ਹੀ ਸੰਸਾਰ ਦੇ ਜੀਵ ਯਤਨ ਕਰਦੇ ਸਨ, ਹੁਣ ਵੀ ਕਰ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਿਣਗੇ। ਪਰ ਉਹ ਪ੍ਰਮਾਤਮਾ ਹੈ ਹੀ ਬੇਅੰਤਾ ਸਰੂਪ ਹੈ, ਕੋਈ ਅੰਤ ਪਾ ਹੀ ਨਹੀਂ ਸਕਦਾ ਪਰਮੇਸ਼ਰ ਦੇ ਸਰੂਪ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਟ 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 ਲੱਖ ਧਾਵੈ। ਪਤਾ ਨਹੀਂ ਕਿੰਨੇ ਕੁ ਲੱਖਾਂ ਕਰੋੜਾਂ ਕਰੋੜਾਂ ਸੰਸਾਰ ਦੇ ਜੀਵ ਧਾਵਾ ਧਾਈ ਭੱਜ ਦੌੜ ਕਰ ਕਰਕੇ ਦੇਖ ਲਈ ਹੈ। ਕਈਆਂ ਨੇ, ਬਹੁਤਿਆਂ ਨੇ ਸੰਸਾਰ ਭਰ ਦੇ ਅੰਦਰ ਤਮਾਮ ਜੀਵ ਜੰਤੂਆਂ ਨੇ, ਦੇਵੀ ਸ਼ਕਤੀਆਂ ਨੇ ਅੰਤ ਪਾਉਣ ਦਾ ਯਤਨ ਕੀਤਾ, ਬੜੀ ਧਾਵਾ ਧਾਈ ਕਰ ਕਰਕੇ ਦੇਖ ਲਈ। ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਪਰ ਬਹੁਤਾਂ ਤਾਂ ਕੀ ਉਸ ਪਰਮਾਤਮਾ ਦੇ ਸਰੂਪ ਦਾ ਇੱਕ ਤਿਲ ਮਾਤਰ ਵੀ ਕੋਈ ਅੰਤ ਨਹੀਂ ਪਾ ਸਕਿਆ। ਤਿਲ ਮਾਤਰ ਜਿੰਨਾ ਵੀ ਕੋਈ ਆਪਣੇ ਬਲ ਦੇ ਨਾਲ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣ ਨਹੀਂ ਸਕਿਆ। ਭਾਵੇਂ ਕਰੋੜਾਂ ਲੱਖਾਂ ਹੀ ਸੰਸਾਰ ਦੇ ਪਰ ਜੀਵਾਂ ਨੇ ਯਤਨ ਕੀਤਾ ਸੀ, ਹੁਣ ਵੀ ਕਰ ਰਹੇ ਨੇ, ਪਰ ਸਾਧ ਸੰਗਤ ਜੀ ਆਪਣੇ ਬਲ ਦੇ ਨਾਲ ਨਹੀਂ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਜਾ ਸਕਦਾ। ਇਹ ਤਾਂ ਵਾਹਿਗੁਰੂ ਆਪ ਕਿਰਪਾ ਕਰੇ, ਤਰਸ ਕਰੇ ਤਾਂ ਆਪਣੇ ਸਰੂਪ ਨੂੰ ਬੁਝਾ ਦਿੰਦਾ, ਪਰ ਅੰਤ ਨਹੀਂ ਪੈਂਦਾ। ਜੇ ਕੋਈ ਕਹੇ ਕਿ ਮੈਂ ਅੰਤ ਪਾ ਲਵਾਂ, ਇਹ ਨਾਮੁਮਕਿਨ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੁਖ ਵਾਕ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ,
ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਉਸ ਵਾਹਿਗੁਰੂ ਦੇ ਉਰਾਰ ਪਾਰ ਦਾ ਕਦੇ ਅੰਤ ਹੀ ਨਹੀਂ ਪੈਂਦਾ। ਤੇ ਅਗਲਾ ਬਚਨ ਕੀਤਾ ਹਜੂਰ ਨੇ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਅੰਤ ਕਾਰਨ ਕੀਤੇ ਬਿਰ ਲਾਹੇ। ਪਤਾ ਨਹੀਂ ਕਿੰਨੇ ਕੁ ਜੀਵ ਵਿਰਲਾਪ ਕਰਦੇ ਸੰਸਾਰ ਤੋਂ ਤੁਰ ਗਏ ਐ। ਅੰਤ ਕਾਰਨ ਕੀਤੇ ਬਿਰ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਵਾਹਿਗੁਰੂ ਦੇ ਸਰੂਪ ਦਾ ਨਹੀਂ ਕੋਈ ਅੰਤ ਪਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਕੋਟ 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 ਲੱਖ ਧਾਵੈ, ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਕਰੋੜਾਂ ਹੀ ਸੰਸਾਰ ਦੇ ਜੀਵਾਂ ਨੇ ਮਨ ਕਰਕੇ ਯਤਨ ਕੀਤਾ, ਕਰੋੜਾਂ ਹੀ ਸੰਸਾਰ ਦੇ ਜੀਵਾਂ ਨੇ ਬਾਣੀ ਕਰਕੇ ਅੰਤ ਪਾਉਣ ਦਾ ਯਤਨ ਕੀਤਾ, ਕਰੋੜਾਂ ਹੀ ਸੰਸਾਰ ਦੇ ਜੀਵਾਂ ਨੇ ਸਰੀਰ ਕਰਕੇ ਯਤਨ ਕੀਤਾ, ਮਨ ਬਾਣੀ ਸਰੀਰ ਕਰਕੇ ਮਹਾਰਾਜ ਕਹਿੰਦੇ ਕਿਸੇ ਤੋਂ ਅੰਤ ਨਹੀਂ ਪਾਇਆ ਗਿਆ। ਬਹੁਤ ਤਮਾਮ ਸੰਸਾਰ ਭਰ ਦੇ ਜੀਵਾਂ ਨੇ ਯਤਨ ਕੀਤਾ, ਬਹੁਤਾ ਤਾਂ ਕਿ ਇੱਕ ਤਿਲ ਮਾਤਰ ਜਿੰਨਾ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣ ਨਹੀਂ ਸਕੇ। ਸੁਹਾਵੀ ਕੌਣ ਸੋ ਵੇਲਾ, ਜਿਤ ਪ੍ਰਭ ਮੇਲਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਕਿਹੜਾ ਸੁਹੇਲਾ ਭਾਵ ਸਫਲਾ ਵੇਲਾ ਹੈ, ਕਿਹੜਾ 4 ਘੜੀਆਂ ਦਾ ਸਮਾਂ ਹੈ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋਵੇ, ਵਾਹਿਗੁਰੂ ਜੀ ਦੇ ਦੀਦਾਰ ਪ੍ਰਾਪਤ ਹੋ ਜਾਣ। ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਉਹ ਹੀ ਸਮਾਂ ਸਫਲਾ ਹੈ ਜਦੋਂ ਪਰਮੇਸ਼ਰ ਦੇ ਦਰਸ਼ਨਾਂ ਦੀ ਦਾਤ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੁੰਦੇ ਹੈ। ਇਹ ਸਾਧ ਸੰਗਤ ਜੀ ਅਮੋਲਕ ਦਾਤ ਹੈ। ਗਰੀਬ ਨਵਾਜ ਸਤਿਗੁਰੂ ਜੀ ਦਾ ਮੁਖ ਵਾਕ ਅਸੀਂ ਪੜ੍ਹਦੇ ਹਾਂ, ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ। ਅਮੋਲਕ ਦਾਤ ਹੈ ਸਤਿਗੁਰਾਂ ਦੇ ਦਰਸ਼ਨਾਂ ਦੀ। ਬਿਨਾਂ ਭਾਗਾਂ ਤੋਂ ਮਹਾਰਾਜ ਸਿਵ ਜੀ ਦੇ ਵੀ ਪ੍ਰਤੱਖ ਸਤਿਗੁਰੂ ਜੀ ਦੇ ਸਰਗੁਣ ਸਰੂਪ ਦੇ ਵਿੱਚ ਵੀ ਕਈ ਵਾਰ ਦਰਸ਼ਨ ਨਹੀਂ ਸਾਨੂੰ ਨਸੀਬ ਹੁੰਦੇ। ਬਿਨਾਂ ਭਾਗਾਂ ਤੋਂ ਕਈ ਵਾਰ ਸਾਧ ਸੰਗਤ ਜੀ ਦੇਖਣ ਵਿੱਚ ਮਿਲਦਾ ਹੈ ਕਿ ਭਾਵੇਂ ਅਸੀਂ ਤੀਰਥ ਯਾਤਰਾ ਤੇ ਆਉਂਦੇ ਆ ਨਾ, ਦੂਰੋਂ ਦੂਰੋਂ ਚੱਲ ਕਰਕੇ, ਕੋਈ ਪੰਜਾਬ ਤੋਂ ਸੰਗਤ ਚੱਲ ਕਰਕੇ ਆਈ, ਕੋਈ ਹੋਰ ਸਟੇਟਾਂ ਤੋਂ ਸਾਧ ਸੰਗਤ ਜੀ ਚੱਲ ਕਰਕੇ ਆਏ ਆ, ਪਰ ਬਿਨਾਂ ਭਾਗਾਂ ਤੋਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਵੀ ਕਈ ਵਾਰ ਪ੍ਰਤੱਖ ਸਤਿਗੁਰਾਂ ਦੇ ਦਰਸ਼ਨ ਵੀ ਨਹੀਂ ਪ੍ਰਾਪਤ ਹੁੰਦੇ। ਗਲੀਆਂ ਬਾਜ਼ਾਰਾਂ ਦੇ ਵਿੱਚੋਂ ਘੁੰਮ ਕਰਕੇ ਦੁਕਾਨਾਂ ਤੇ ਫਿਰ ਕੇ ਵਾਪਸ ਚਲੇ ਜਾਂਦੇ ਆ, ਪਰ ਖਿਮਾ ਕਰਨਾ ਮਹਾਰਾਜ ਸਾਹਿਬ ਜੀ ਦੇ ਦਰਬਾਰ ਤੱਕ ਵੀ ਕਈ ਵਾਰ ਨਹੀਂ ਪਹੁੰਚਿਆ ਜਾਂਦਾ। ਕੇਵਲ ਸੰਸਾਰ ਦੇ ਅੰਦਰ ਹੀ ਇਸੇ ਤਰ੍ਹਾਂ ਵਿਚਰਦਿਆਂ ਹੋਇਆ, ਰੰਗਾਂ ਰੰਗਾਂ ਦੀ ਦੁਨੀਆ ਦੇਖਦਿਆਂ ਹੋਇਆ ਹੀ ਸੰਸਾਰ ਦੇ ਦਰਸ਼ਨ ਦੇ ਦਾਰੇ ਤਾਂ ਕਰਦੇ ਆ, ਪਰ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਦੇ। ਰੰਗਾਂ ਰੰਗਾਂ ਦੀ ਦੁਨੀਆ ਨੂੰ ਦੇਖਣਾ, ਸੰਸਾਰ ਦੇ ਅੰਦਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਵਿਚਰਦੇ ਰਹਿਣਾ, ਪ੍ਰਤੱਖ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਭਾਗਾਂ ਤੋਂ ਬਿਨਾਂ ਨਹੀਂ ਜੀਵਨ ਦੇ ਅੰਦਰ ਪ੍ਰਾਪਤ ਹੁੰਦੇ। ਇਹ ਅਮੋਲਕ ਦਾਤ ਹੈ, ਕੋਈ ਮੁੱਲ ਦੇ ਕਰਕੇ ਨਹੀਂ ਸਾਧ ਸੰਗਤ ਜੀ ਪਾ ਸਕਦਾ। ਸਤਿਗੁਰੂ ਜੀ ਕਿਰਪਾ ਕਰਨ ਤਾਂ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ ਹੈ। ਸੁਹਾਵੀ ਕਵਣ ਸੋ ਵੇਲਾ, ਜਿਤ ਪ੍ਰਭ ਮੇਲਾ। ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ, ਮਹਾਰਾਜ ਕਹਿੰਦੇ ਕਿਹੜਾ ਸੁਭਾਗਾ ਸਮਾਂ ਹੈ, ਬੜਾ ਹੀ ਸਫਲਾ ਸਮਾਂ ਜਾਣਨਾ ਕਰੋ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਸਾਧ ਸੰਗਤ ਜੀ ਇਹ ਰਹਾਉ ਵਾਲੀ ਪੰਕਤੀ ਵੀ ਸ਼ਬਦ ਦਾ ਸਮੁੱਚਾ ਭਾਵ ਰੱਖਿਆ ਮਹਾਰਾਜ ਸਾਹਿਬ ਜੀ ਨੇ। ਕਿਉਂ ਨਾ ਗੁਰਮੁਖਾਂ ਵਡਭਾਗੇ ਪੁਰਖਾਂ ਦੀ ਜੀਵਨ ਦੀ ਸਫਲਤਾ ਦਾ ਸਮਾਂ ਸਫਲਾ ਹੈ, ਉਹ ਸੁਹੇਲਾ ਹੈ, ਉਹ ਸੁਹਾਵੜਾ ਹੈ ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ। ਤੋ ਮਹਾਰਾਜ ਸਾਹਿਬ ਜੀ ਰਹਾਉ ਤੋਂ ਅੱਗੇ ਪੰਕਤੀਆਂ ਵਿੱਚ ਉਚਾਰਨ ਕਰਦੇ ਆ ਕਿ ਕਿੰਨੇ ਹੋਰ ਸਾਧਨਾ ਕਰਨ ਵਾਲੇ ਜੀਵ ਵੀ ਯਤਨ ਕਰਦੇ ਨੇ, ਪਰ ਤਿਲ ਮਾਤਰ ਜਿੰਨਾ ਵੀ ਵਾਹਿਗੁਰੂ ਜੀ ਦੇ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਕਿਰਪਾ ਕਰਦਾ ਤਾਂ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ। ਮਹਾਰਾਜ ਸਾਹਿਬ ਜੀ ਵਿਸ਼ਰਾਮ ਦੇ ਕਰਕੇ ਉਚਾਰਨ ਕਰਦੇ ਹਨ, ਲਾਖ ਭਗਤ ਜਾ ਕੋ ਆਰਾਧੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਹੇ ਗੁਰਸਿੱਖੋ, ਲੱਖਾਂ ਹੀ ਭਗਤ ਹਨ ਸੰਸਾਰ ਭਰ ਦੇ ਅੰਦਰ ਜੋ ਪ੍ਰਮਾਤਮਾ ਦੀ ਆਰਾਧਨਾ ਕਰ ਰਹੇ ਹਨ। ਲਾਖ ਤਪੀਸਰ ਤਪ ਹੀ ਸਾਧੇ। ਤੇ ਲੱਖਾਂ ਹੀ ਸੰਸਾਰ ਦੇ ਅੰਦਰ ਤਪੀਸਰ ਤਪੱਸਿਆ ਕਰਨ ਵਾਲੇ ਆ, ਜਿਹੜੇ ਪ੍ਰਮਾਤਮਾ ਨੂੰ
ਯਾਦ ਕਰਦੇ ਹੋਏ ਜਾਂ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਵਾਸਤੇ ਤਪੱਸਿਆ ਤਪ ਸਾਧਨਾ ਕਰਦੇ ਹਨ। ਸਾਧ ਸੰਗਤ ਜੀ, ਜੇਠ ਹਾੜ ਦੀ ਗਰਮੀ ਦੇ ਵਿੱਚ 4 ਧੂਣੀਆਂ ਲਾਉਣੀਆਂ ਤੇ 5ਵੀਂ ਧੂਣੀ ਜਿਹੜੀ ਹੈ ਨਾ ਸੂਰਜ ਦੀ ਮੰਨ ਲੈਣੀ। ਜਿਹੜੇ ਤਪ ਸਾਧਨਾ ਕਰਦੇ ਆ ਨਾ, ਤਪਸਵੀ ਤਪ ਸਾਧਨਾ ਕਰਦੇ ਆ, ਉਹ 4 ਧੂਣੀਆਂ ਚੌਹਾਂ ਪਾਸਿਆਂ ਲਾ ਕੇ ਤੇ 5ਵੀਂ ਧੂਣੀ ਸੂਰਜ ਦੀ ਮੰਨਦੇ ਹਨ। ਐ ਸ਼ਿਖਰ ਦੁਪਹਿਰ ਜਦੋਂ ਲੱਗੀ ਹੋਣੀ ਤੇ ਤਨ ਤੇ ਕੋਈ ਕਪੜਾ ਵੀ ਧਾਰਨ ਨਾ ਕਰਨਾ, ਪਿੰਡੇ ਤੇ ਸਵਾਹ ਮਲ ਲੈਣੀ, ਸਰੀਰ ਨੂੰ ਵਿਭੂਤੀ ਮਲ ਕਰਕੇ ਤੇ ਚੌਂਕੜਾ ਲਗਾ ਕੇ ਬੈਠ ਜਾਣਾ। ਇਸ ਪ੍ਰਕਾਰ ਇਹ 5 ਧੂਣੀਆਂ ਤਾ ਕਰਕੇ ਤੇ ਤਪ ਸਾਧਨਾ ਕਰਨੀ। ਮਹਾਰਾਜ ਸਾਹਿਬ ਜੀ ਕਹਿੰਦੇ ਅਨੇਕਾਂ ਹੀ ਕਿੰਨੇ ਲੱਖਾਂ ਹੀ ਸੰਸਾਰ ਭਰ ਦੇ ਜੀਵ ਜਿਹੜੀ ਤਪੱਸਿਆ ਸਾਧਨਾ ਕਰਦੇ ਹਨ ਤਪ ਸਾਧਨਾ ਦੀ। ਫਿਰ ਲੱਖਾਂ ਹੀ ਸੰਸਾਰ ਦੇ ਜੀਵ ਹੈ ਜਿਹੜੇ ਭਗਤੀ ਕਰ ਰਹੇ ਨੇ, ਭਗਤ ਪਰਮੇਸ਼ਰ ਦੀ ਆਰਾਧਨਾ ਵੀ ਕਰਨ ਦੇ ਵਿੱਚ ਲੱਗੇ ਹੋਏ ਹਨ। ਮਹਾਰਾਜ ਸਤਿਗੁਰੂ ਜੀ ਦੇ ਬਚਨ ਹਨ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਇਥੇ ਮਹਾਰਾਜ ਸਾਹਿਬ ਜੀ ਨੇ ਲੱਖਾਂ ਉਚਾਰਨ ਕੀਤੇ ਹਨ ਤੇ ਹਜੂਰ ਕਹਿੰਦੇ ਹਨ ਅਨੇਕਾਂ ਹੀ ਮਹਾਰਾਜ ਆਪ ਜੀ ਦੇ ਭਗਤ ਹਨ। ਅਨੇਕਾਂ ਪ੍ਰਕਾਰ ਦੀ ਮਹਾਰਾਜ ਜੀ ਆਪ ਜੀ ਦੀ ਭਗਤੀ ਹੈ ਤੇ ਅਨੇਕਾਂ ਤਰ੍ਹਾਂ ਮਹਾਰਾਜ ਸੰਸਾਰ ਦੀ ਭਗਤੀ ਕਰਨ ਵਾਲੇ ਜੀਵ ਹਨ। ਫਿਰ ਉਹ ਭਗਤੀ ਨੂੰ ਕਰਨ ਦੇ ਅਨੇਕਾਂ ਹੀ ਢੰਗ ਤਰੀਕੇ ਹਨ। ਕੋਈ ਕਿਸੇ ਢੰਗ ਦੇ ਨਾਲ ਭਗਤੀ ਕਰਦਾ ਹੈ, ਕੋਈ ਕਿਸੇ ਢੰਗ ਦੇ ਨਾਲ ਭਗਤੀ ਪਿਆ ਕਰਦਾ ਹੈ। ਜੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਗੁਰਸਿੱਖੋ ਲਾਖ ਤਪੀਸਰ ਤਪ ਹੀ ਸਾਧੇ, ਤਪ ਸਾਧਨਾ ਕਰਨ ਵਾਲੇ ਵੀ ਲੱਖਾਂ ਹੀ ਸੰਸਾਰ ਦੇ ਜੀਵ ਹਨ। ਲੱਖ ਜੋਗੀਸਰ ਕਰਤੇ ਜੋਗਾ, ਫਿਰ ਲੱਖਾਂ ਹੀ ਜੋਗੀਸਰ ਜਿਹੜੇ ਜੋਗੀ ਹੈ ਉਹ ਸਾਧ ਸੰਗਤ ਜੀ ਯੋਗ ਸਾਧਨਾ ਕਰ ਰਹੇ ਹਨ। ਯੋਗ ਵੀ ਕਿੰਨੇ ਪ੍ਰਕਾਰ ਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਲਾਗ ਜੋਗੀਸਰ, ਲੱਖਾਂ ਹੀ ਮਹਾਰਾਜ ਕਹਿੰਦੇ ਜੋਗੀ ਸੰਸਾਰ ਦੇ ਹਨ ਜਾਂ ਜੋਗੀ ਈਸ਼ਰ, ਜੋਗੀਆਂ ਜਿਹੜੇ ਈਸ਼ਵਰ ਮਾਲਕ ਬਣੇ ਹੋਏ ਗੁਰੂ ਦੇਵ ਹਨ। ਗੋਰਖਨਾਥ ਵਰਗੇ, ਸਾਧ ਸੰਗਤ ਜੀ ਮਛੰਦਰਨਾਥ ਵਰਗੇ, ਜਿਨ੍ਹਾਂ ਨੇ ਇਹ ਯੋਗ ਪੰਥ ਸੰਸਾਰ ਦੇ ਅੰਦਰ ਪ੍ਰਗਟ ਕੀਤਾ ਹੈ। ਜਿਹੜੇ 84 ਸਿੱਧ ਹਨ ਇਹਨਾਂ ਦੇ ਪਿੱਛੇ ਹੀ ਚੱਲਦੇ ਸਨ। ਸਾਧ ਸੰਗਤ ਜੀ ਜਾਗ ਮਛੰਦਰਾ ਗੋਰਖ ਆਏ, ਜਦੋਂ ਗੋਰਖਨਾਥ ਨੇ ਜੋ ਸਾਧ ਸੰਗਤ ਜੀ ਅਮਰੂ ਰਾਜੇ ਦੀ ਕਾਇਆ ਦੇ ਵਿੱਚੋਂ ਆਪਣੇ ਗੁਰੂ ਨੂੰ ਉਹਦੀ ਸੁਰਤ ਨੂੰ ਜਗਾ ਕਰਕੇ ਲੈ ਕੇ ਜਾਣਾ ਕੀਤਾ ਸੀਗਾ। ਇਹ ਸਾਰਿਆਂ ਦਾ ਗੁਰੂ ਸੀਗਾ ਔਰ ਸ਼ਿਵ ਜੀ ਦੀ ਆਰਾਧਨਾ ਹਰ ਸਮੇਂ ਕਰਦੇ ਰਹਿੰਦੀ ਸਨ ਯੋਗ ਮਤ ਦੇ ਦੁਆਰਾ। ਯੋਗਾ ਅਭਿਆਸ ਕਰਨਾ ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਲਾਖ ਜੋਗੀਸਰ ਕਰਤੇ ਜੋਗਾ। ਮਹਾਰਾਜ ਲੱਖਾਂ ਹੀ ਜੋਗੀ ਹਨ ਸੰਸਾਰ ਭਰ ਦੇ ਅੰਦਰ ਜੋ ਹਰ ਸਮੇਂ ਯੋਗਾ ਅਭਿਆਸ ਕਰਨ ਦੇ ਵਿੱਚ ਲੱਗੇ ਹੋਏ ਆ। ਪਰ ਸਾਧ ਸੰਗਤ ਜੀ ਕਈ ਵਾਰ ਯੋਗਾ ਅਭਿਆਸ ਕਰਨ ਦੇ ਲਈ ਮਨੁੱਖ ਜੀਵਨ ਦੇ ਅੰਦਰ ਭਾਵੇਂ ਯੋਗ ਮਤ ਧਾਰਨ ਤੇ ਕਰ ਲੈਂਦਾ ਪਰ ਜੀਵਨ ਦੇ ਅੰਦਰ ਪ੍ਰਾਪਤੀ ਨਹੀਂ ਕੁਝ ਵੀ ਹੁੰਦੀ। ਅਸਲ ਦੇ ਵੀ ਯੋਗੀ ਉਸੇ ਨੂੰ ਕਿਹਾ ਜਾਂਦਾ ਜਿਹੜਾ ਸੁਰਤ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ। ਘਰੋਂ ਲੜ ਕੇ ਪਰਿਵਾਰ ਦੇ ਨਾਲ ਕਹੇ ਕਿ ਮੈਂ ਹੁਣ ਕਮਾਈ ਨਹੀਂ ਕਰਨੀ, ਕੰਨ ਪਾੜ ਕੇ ਮੁੰਦਰਾ ਪਾ ਲੈਨੇ, ਹੱਥ ਵਿੱਚ ਲੋਟਾ ਫੜ ਲੈਨੇ, ਬੜਾ ਕੰਮ ਸੌਖਾ ਹੈ। ਘਰੋਂ ਲੜ ਕਰਕੇ ਪਰਿਵਾਰ ਤੋਂ ਬਾਹਰ ਚਲਾ ਜਾਵੇ, ਇਹ ਕੋਈ ਯੋਗ ਥੋੜਾ ਹੈ। ਇਹ ਤਾਂ ਸਾਧ ਸੰਗਤ ਜੀ ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਇਹ ਤਾਂ ਮਨੁੱਖ ਨੂੰ ਕਰਮਾਂ ਦੀ ਮਾਰ ਪੈ ਰਹੀ ਹੈ, ਐਵੇਂ ਯੋਗ ਨਹੀਂ ਕਮਾਇਆ ਜਾ ਸਕਦਾ। ਤੋ ਯੋਗ ਵੀ ਸਾਧ ਸੰਗਤ ਜੀ ਕਈ ਪ੍ਰਕਾਰ ਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਨੇ ਲਾਗ ਜੋਗੀਸਰ ਕਰਤੇ ਜੋਗਾ। ਇਹ ਗੁਰਸਿੱਖੋ ਲੱਖਾਂ ਹੀ ਜੋਗੀ ਹੈ। ਜਿੱਥੇ ਸੰਸਾਰ ਦੇ ਅੰਦਰ ਤਪਸਵੀ ਵੀ ਲੱਖਾਂ ਹਨ, ਭਗਤ ਵੀ ਲੱਖਾਂ ਹੀ ਹਨ, ਇਸੇ ਤਰ੍ਹਾਂ ਜੋਗੀ ਵੀ ਲੱਖਾਂ ਹੀ ਪਰਮੇਸ਼ਰ ਨੂੰ ਪਾਉਣ ਦੇ ਲਈ ਯੋਗਾ ਅਭਿਆਸ ਕਰ ਰਹੇ ਹਨ। ਲੱਖ ਭੋਗੀ ਸਰ ਭੋਗ ਹੈ ਭੋਗਾ, ਤੇ ਲੱਖਾਂ ਹੀ ਜਿਹੜੇ ਸੰਸਾਰ ਦੇ ਅੰਦਰ ਪਦਾਰਥਾਂ ਨੂੰ ਭੋਗਣ ਵਾਲੇ ਭੋਗੀ ਆ, ਭੋਗੀਸਰ ਆ, ਉਹ ਪਦਾਰਥਾਂ ਨੂੰ ਭੋਗਣ ਦੇ ਵਿੱਚ ਲੱਗੇ ਹਨ। ਅਥਵਾ ਲੱਖਾਂ ਹੀ ਵਿਸ਼ੇ ਸੁਖਾਂ ਨੂੰ ਭੋਗਣ ਦੇ ਵਿੱਚ ਲੱਗੇ ਹੋਏ ਹਨ। ਲੱਖਾਂ ਹੀ ਐਸੇ ਸੰਸਾਰ ਦੇ ਭੋਗੀਸਰ ਜੀਵ ਹਨ।
ਘਟ ਘਟ ਵਸਹਿ ਜਾਣਹਿ ਥੋਰਾ। ਹੈ ਤਾਂ ਪ੍ਰਮਾਤਮਾ ਘਟਾ ਘਟਾਂ ਦੇ ਵਿੱਚ ਵਸਦਾ ਪਿਆ ਹੈ, ਪਰ ਸਤਿਗੁਰੂ ਜੀ ਕਹਿੰਦੇ ਲੱਖਾਂ ਦੇ ਵਿੱਚੋਂ ਥੋੜੇ ਮਾਤਰ ਕੋਈ ਟਾਵੇਂ ਟਾਵੇਂ ਗੁਰਮੁਖ ਪਿਆਰੇ ਹੁੰਦੇ ਐ ਜੋ ਪ੍ਰਮਾਤਮਾ ਦੇ ਸਰੂਪ ਨੂੰ ਜਾਣਦੇ ਹਨ। ਘਟ ਘਟ ਵਸਹਿ ਜਾਣਹਿ ਥੋਰਾ। ਪਹਿਲਾਂ ਹਜੂਰ ਨੇ ਵਚਨ ਕੀਤਾ ਕਿ ਲੱਖਾਂ ਹੀ ਭਗਤ ਭਗਤੀ ਕਰ ਰਹੇ ਆ, ਆਰਾਧਨਾ ਕਰ ਰਹੇ ਨੇ, ਲੱਖਾਂ ਤਪਸਵੀ ਤਪ ਸਾਧਨਾ ਕਰ ਰਹੇ ਨੇ, ਲੱਖਾਂ ਹੀ ਜੋਗੀ ਯੋਗਾ ਅਭਿਆਸ ਕਰ ਰਹੇ ਨੇ। ਸਾਧ ਸੰਗਤ ਜੀ ਲੱਖਾਂ ਹੀ ਵਿਸ਼ੇ ਸੁਖਾਂ ਨੂੰ ਭੋਗਣ ਵਾਲੇ ਭੋਗੀਸਰ ਹਨ, ਪਦਾਰਥਾਂ ਨੂੰ ਭੋਗਣ ਵਾਲੇ ਐ, ਜਾਂ ਰਾਜ ਭਾਗ ਦੀ ਪ੍ਰਾਪਤੀ ਕਰਕੇ ਸੰਸਾਰ ਦੇ ਸੁਖਾਂ ਨੂੰ ਭੋਗਣ ਵਾਲੇ ਨੇ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਸਰੂਪ ਨੂੰ ਸਾਰਿਆਂ ਨੇ ਥੋੜਾ ਜਾਣ ਲਿਆ ਹੈ। ਸਾਧ ਸੰਗਤ ਜੀ ਹਰ ਇੱਕ ਦੇ ਹਿੱਸੇ ਨਹੀਂ ਆਇਆ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਤਿੰਨਾਂ ਨੂੰ ਉੱਤਮ ਪੁਰਸ਼ ਆਖਿਆ। ਉਹ ਪਰਮੇਸ਼ਰ ਦੇ ਪਿਆਰੇ ਉੱਤਮ ਹਨ, ਸਭ ਤੋਂ ਉੱਚੇ ਸੁੱਚੇ ਸ੍ਰੇਸ਼ਟ ਜੀਵਨ ਵਾਲੇ ਹਨ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕੀਤੀ ਹੈ। ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ। ਉਹ ਵਿਰਲੇ ਹਨ, ਬਹੁਤੀ ਨਹੀਂ ਗਿਣਤੀ ਉਹਨਾਂ ਗੁਰਮੁਖਾਂ ਦੀ। ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ। ਹੋਰ ਤਾਂ ਭਾਵੇਂ ਬਹੁਤ ਸੰਸਾਰ ਦੀਆਂ ਗੱਲਾਂ ਬਾਤਾਂ ਕਰਨ ਵਾਲੇ ਆ, ਬਹੁਤ ਝਾਕਾਂ ਮਾਰਨ ਵਾਲੇ ਸੰਸਾਰ ਭਰ ਦੇ ਜੀਵ ਨੇ, ਪਰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਕੋ ਵਿਰਲੇ ਵਿਰਲੇ ਗੁਰਮੁਖ ਪਿਆਰੇ ਹਨ। ਹਰ ਥਾਂ ਤੇ ਮਹਾਰਾਜ ਕਹਿੰਦੇ ਨਹੀਂ ਪ੍ਰਾਪਤ ਹੋ ਸਕਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਨੇ, ਘਟ ਘਟ ਵਸਹਿ ਜਾਣਹਿ ਥੋਰਾ। ਹੇ ਗੁਰਸਿੱਖੋ, ਘਟਾਂ ਘਟਾਂ ਵਿੱਚ ਪ੍ਰਮਾਤਮਾ ਵਸਦਾ, ਘਟ ਘਟ ਮੈਂ ਹਰ ਜੂ ਬਸੈ। ਪਰ ਥੋੜੀ ਗਿਣਤੀ ਹੈ, ਬਹੁਤ ਘੱਟ ਗਿਣਤੀ ਉਹਨਾਂ ਗੁਰਮੁਖਾਂ ਦੀ, ਬ੍ਰਹਮ ਬੇਤਿਆਂ ਦੀ, ਜਿਨ੍ਹਾਂ ਨੇ ਨਿਸ਼ਚੈ ਕਰਕੇ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣਿਆ ਹੈ। ਹੈ ਕੋਈ ਸਾਜਣ ਪਰਦਾ ਤੋਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਹੈ ਇਸ ਸੰਸਾਰ ਦੇ ਅੰਦਰ। ਫਿਰ ਜੀਵ ਗੁਰਸਿੱਖ ਬੇਨਤੀ ਕਰਦਾ ਸਤਿਗੁਰਾਂ ਦੇ ਚਰਨਾਂ ਵਿੱਚ, ਗਰੀਬ ਨਵਾਜ ਮਹਾਰਾਜ ਕੋਈ ਹੈ ਸੰਸਾਰ ਦੇ ਅੰਦਰ ਸੱਚਾ ਸੱਜਣ ਜਿਹੜਾ ਹਉਮੈ ਦਾ ਪਰਦਾ ਤੋੜ ਦੇਵੇ। ਤੋ ਮਹਾਰਾਜ ਉਪਦੇਸ਼ ਵੀ ਬਖਸ਼ਦੇ ਐ, ਹੇ ਗੁਰਸਿੱਖੋ, ਕੌਣ ਹੈ ਇਸ ਸੰਸਾਰ ਦੇ ਅੰਦਰ? ਉਹ ਕੋ ਵਿਰਲਾ ਗੁਰਮੁਖ ਪਿਆਰਾ ਹੈ, ਜਿਸ ਨੇ ਹਉਮੈ ਦੇ ਪਰਦੇ ਨੂੰ ਹਟਾ ਦਿੱਤਾ ਹੈ, ਤੋੜ ਦਿੱਤਾ ਹੈ। ਕੋਈ ਸਾਜਨ ਪਰਦਾ ਤੋੜੈ, ਕਿਉਂਕਿ ਜਿਸ ਹਉਮੈ ਦੇ ਪਰਦੇ ਕਰਕੇ ਹੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰ ਨਹੀਂ ਪ੍ਰਾਪਤ ਹੋ ਰਹੇ। ਘਾਟਾਂ ਘਾਟਾਂ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ ਨਜ਼ਰ ਨਹੀਂ ਆਵੰਦਾ ਪਿਆ। ਕੋਈ ਵਿਰਲਾ ਗੁਰਮੁਖ ਪਿਆਰਾ ਹੈ, ਉਹ ਗਰੀਬ ਨਵਾਜ ਸਤਿਗੁਰੂ ਜੀ ਜਿਸ ਜੀਵ ਤੇ ਕਿਰਪਾ ਕਰਦੇ ਐ, ਸਾਧ ਸੰਗਤ ਜੀ ਉਹ ਜੀਵ ਪ੍ਰਮਾਤਮਾ ਨੂੰ ਘਾਟਾਂ ਘਾਟਾਂ ਵਿੱਚ ਜਾਣਦਾ ਹੈ। ਨਹੀਂ ਤਾਂ ਹਰ ਇੱਕ ਜੀਵ ਦੇ ਹਿੱਸੇ ਨਹੀਂ ਆਇਆ। ਕੋਈ ਵਿਰਲੇ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਆਪ ਮੁਹਾਰੇ ਹੋ ਕਰਕੇ ਵਚਨ ਕਹੇ ਹੈ, ਪ੍ਰਮਾਤਮਾ ਆਪ ਜੀ ਦਾ ਸਰੂਪ ਸਭ ਘਾਟਾਂ ਦੇ ਅੰਦਰ ਵਰਤ ਰਿਹਾ ਹੈ, ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣਿਆ। ਸਾਧ ਸੰਗਤ ਜੀ ਕੋ ਗੁਰਮੁਖ ਪਿਆਰੇ ਹਨ ਜੋ ਤਨ ਕਰਕੇ ਮੰਨਦੇ ਐ, ਭਾਵ ਰਸਨਾ ਕਰਕੇ ਮੰਨਦੇ, ਬੋਲਣਾ ਕਿ ਪ੍ਰਮਾਤਮਾ ਹਰ ਘਟ ਦੇ ਅੰਦਰ ਹੈ। ਕਿਸੇ ਨੇ ਸਾਧ ਸੰਗਤ ਜੀ ਮਨ ਕਰਕੇ ਮੰਨਣ ਕੀਤਾ ਹੈ, ਪਰ ਪੂਰਾ ਵਿਸ਼ਵਾਸ ਫਿਰ ਵੀ ਨਹੀਂ ਹੋਇਆ। ਕੋਈ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣ ਲਿਆ ਕਿ ਪ੍ਰਮਾਤਮਾ ਸੱਚ ਹੀ ਹਰ ਘਟ ਦੇ ਅੰਦਰ ਵਰਤ ਰਿਹਾ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਜਾਣਿਆ ਨਾ, ਸਾਧ ਸੰਗਤ ਜੀ, ਪਾਂਡਿਆਂ ਨੇ ਭਾਵੇਂ ਈਰਖਾ ਕਰਕੇ ਹੱਥ ਵਿੱਚ ਗੜਵਾ ਦਿੱਤਾ ਤੇ ਕਹ ਜਾਓ ਉਹ ਖੂਹ ਤੋਂ ਪਾਣੀ ਭਰ ਕੇ ਲੈ ਕਰਕੇ ਆਓ, ਅਸੀਂ ਜਲ ਛਕਣਾ ਹੈ। ਈਰਖਾ ਕੀਤੀ ਸੀ ਕਿ ਉੱਥੇ ਬੜਾ ਵੱਡਾ ਦੈਂਤ ਰਹਿੰਦਾ, ਆਪੇ ਖਾ ਜਾਊਗਾ। ਉਹ ਬਹੁਤ ਵੱਡੇ ਆਕਾਰ ਦਾ ਦੇਵ ਉੱਥੇ ਪ੍ਰਗਟ ਹੋਇਆ, ਤੇ ਧੰਨ ਹਨ ਭਗਤ ਨਾਮਦੇਵ ਜੀ। ਉਸ ਦੇਵ ਨੂੰ ਦੇਖ ਕਰਕੇ ਵੀ ਆਖਦੇ ਨੇ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਮਹਾਰਾਜ ਤੁਹਾਡਾ ਸਰੂਪ ਤੇ ਬਹੁਤ ਵੱਡੇ ਆਕਾਰ ਦਾ ਹੈ। ਇੱਕ ਛੋਟੇ ਜਿਹੇ ਦੇਵ ਦੇ ਰੂਪ ਦੇ ਵਿੱਚ ਮਹਾਰਾਜ ਅੱਜ ਦਰਸ਼ਨ ਦਿੱਤੇ, ਮੇਰੇ ਧੰਨ ਭਾਗ ਹਨ। ਪਿਆਰ ਵਿੱਚ ਭਿੱਜੇ ਹੋਏ ਭਗਤ ਨਾਮਦੇਵ ਜੀ ਆਖ ਰਹੇ ਹਨ। ਤੇ ਜੇ ਕਿਤੇ ਕੂਕਰ ਕੁੱਤੇ ਦੇ ਵਿੱਚ ਵੀ ਦੇਖਦੇ, ਉਹਦੇ ਵਿੱਚ ਵੀ ਰੱਬ ਨੂੰ ਦੇਖਦੇ ਕਿ ਪ੍ਰਮਾਤਮਾ ਇਸ ਕੂਕਰ ਦੇ ਵਿੱਚ ਵੀ ਤੁਹਾਡਾ ਸਰੂਪ ਵਰਤਦਾ ਪਿਆ। ਮਹਾਰਾਜ ਕਹਿੰਦੇ ਐਸੇ ਗੁਰਮੁਖ ਪਿਆਰੇ ਵਿਰਲੇ ਐ, ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣੇ ਐ, ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਹਉਮੈ ਦਾ ਪਰਦਾ ਜਾਂ ਭਰਮ ਦਾ ਪਰਦਾ ਤੋੜ ਦਿੱਤਾ ਹੈ। ਕਰੋ ਯਤਨ ਜੇ ਹੋਏ ਮਿਹਰਬਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਅਕਾਲ ਪੁਰਖ ਵਾਹਿਗੁਰੂ ਜੇ ਮਿਹਰ ਕਰ ਦੇਵੇ ਨਾ ਜੀਵ ਤੇ, ਤਾਂ ਯਤਨ ਕਰਦਾ ਹੈ ਪਰਮੇਸ਼ਰ ਦੇ ਸਰੂਪ ਨੂੰ ਜਾਣਨ ਦੇ ਲਈ, ਵਾਹਿਗੁਰੂ ਜੀ ਦੇ ਸਰੂਪ ਨੂੰ ਬੁੱਝਣ ਦੇ ਲਈ, ਤਾਂ ਯਤਨ ਕਰਦਾ ਹੈ। ਜੇ ਪ੍ਰਮਾਤਮਾ ਮਿਹਰ ਕਰੇ, ਵਾਹਿਗੁਰੂ ਸੋਝੀ ਬਖਸ਼ੇ, ਨਹੀਂ ਤੇ ਸਾਧ ਸੰਗਤ ਜੀ ਜੀਵਨ ਭਰ ਮਤ ਤੇ ਭਰਮ ਦਾ ਪੜਦਾ ਪਿਆ ਰਹਿੰਦਾ ਹੈ। ਸੰਸਾਰ ਭਰ ਦੇ ਅੰਦਰ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕਰਦਾ, ਬਹੁਤ ਕੁਝ ਜਾਣ ਲੈਂਦਾ ਹੈ, ਬੜਾ ਨਿਸ਼ਚਾ ਵੀ ਕਰ ਲੈਂਦਾ ਕਿ ਮੈਂ ਬਹੁਤ ਸੰਸਾਰ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਰੰਗਾਂ ਰੰਗਾਂ ਦੀ ਦੁਨੀਆ ਨੂੰ ਦੇਖ ਲਿਆ ਹੈ, ਮੈਂ ਫਲਾਣੇ ਇਲਾਕੇ ਦੇ ਲੋਕਾਂ ਨੂੰ ਵੀ ਜਾਣਦਾ, ਜਾਂ ਹੋਰ ਕਿਸੇ ਇਲਾਕੇ ਦੇ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਸਿਆਣਦਾ, ਕਿੱਦਾਂ ਦੇ ਉਧਰ ਦੇ ਲੋਕਾਂ ਦੇ ਸੁਭਾਅ ਨੇ, ਕਿੱਦਾਂ ਦੇ ਰੰਗ ਰੂਪ ਨੇ, ਬਹੁਤ ਰੰਗਾਂ ਰੰਗਾਂ ਦੀ ਦੁਨੀਆ ਨੂੰ ਦੇਖ ਕਰਕੇ ਖੋਜ ਕਰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਤ ਤੋਂ ਭਰਮ ਰੂਪੀ ਪੜਦਾ ਪਰਮਾਤਮਾ ਕਿਰਪਾ ਕਰਕੇ ਉਠਾਉਂਦਾ, ਫਿਰ ਰੰਗਾਂ ਰੰਗਾਂ ਦੀ ਦੁਨੀਆ ਦੀ ਖੋਜ ਦੀ ਥਾਂ ਤੇ ਫਿਰ ਪਰਮਾਤਮਾ ਦੀ ਖੋਜ ਕਰਦਾ। ਪਹਿਲਾਂ ਤਾਂ ਬਾਹਰ ਦੀ ਦੁਨੀਆ ਦੀ ਖੋਜ ਕਰਦਾ ਸੀ, ਫਿਰ ਆਪਣੇ ਅੰਦਰ ਦੀ ਦੁਨੀਆ ਦੀ ਖੋਜ ਕਰਨੀ ਸ਼ੁਰੂ ਕਰਦਾ, ਫਿਰ ਆਪਣੇ ਅੰਦਰ ਵਾਹਿਗੁਰੂ ਦੇ ਸਰੂਪ ਨੂੰ ਜਾਣਨ ਦੇ ਲਈ ਬਾਰ-ਬਾਰ ਖੋਜ ਕਰਦਾ ਹੈ। ਕਿਉਂਕਿ ਜੋ ਕੁਝ ਬ੍ਰਹਿਮੰਡ ਦੇ ਵਿੱਚ ਆ ਨਾ, ਮਹਾਰਾਜ ਕਹਿੰਦੇ ਸਾਰਾ ਕੁਝ ਹੀ ਪਰਮਾਤਮਾ ਨੇ ਜੀਵ ਦੇ ਅੰਦਰ ਪਾਇਆ ਹੋਇਆ। ਜੋ ਕੁਝ ਵੀ ਸਾਰੀ ਸ੍ਰਿਸ਼ਟੀ ਹੈ ਨਾ, ਬ੍ਰਹਿਮੰਡ, ਜਿਤਨੀ ਵੀ ਸ੍ਰਿਸ਼ਟੀ ਉਹਨੂੰ ਬ੍ਰਹਿਮੰਡ ਕਿਹਾ ਜਾਂਦਾ ਹੈ। ਉਹ ਜੋ ਕੁਝ ਵੀ ਬ੍ਰਹਿਮੰਡ ਦੇ ਵਿੱਚ ਜੀਵ ਜੰਤੂ ਦੇਵੀ ਸ਼ਕਤੀਆਂ ਜੋ ਕੁਝ ਵੀ ਪ੍ਰਮਾਤਮਾ ਨੇ ਬਣਾਇਆ, ਉਹ ਸਾਰੇ ਦਾ ਸਾਰਾ ਕੁਝ ਸਾਧ ਸੰਗਤ ਜੀ ਜੀਵ ਦੇ ਅੰਦਰ ਵੀ ਪ੍ਰਮਾਤਮਾ ਨੇ ਪਾਇਆ। ਜੋ ਚਾਹੇ ਜਦੋਂ ਚਾਹੇ ਪ੍ਰਗਟ ਕਰ ਸਕਦਾ ਹੈ, ਪਰ ਜੇ ਖੋਜ ਕਰੇ ਤਾਂ। ਸਤਿਗੁਰੂ ਜੀ ਦੇ ਮੁਖ ਵਾਕ ਹਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਾਧ ਸੰਗਤ ਜੀ ਜਿਹੜਾ ਖੋਜ ਕਰਦਾ ਪ੍ਰਾਪਤੀ ਉਸੇ ਨੂੰ ਹੁੰਦੀ ਹੈ, ਭਾਵੇਂ ਕੋਈ ਪ੍ਰਤੱਖ ਵੀ ਸੰਸਾਰ ਦੇ ਅੰਦਰ ਕੋਈ ਵਸਤੂ ਦੀ ਜਾਂ ਕਿਸੇ ਕੋਈ ਸ਼ਕਤੀ ਦੀ ਖੋਜ ਕਰ ਰਿਹਾ ਹੋਵੇ, ਭਾਵੇਂ ਕੋਈ ਬਾਹਰਲੀ ਦੁਨੀਆ ਦੀ ਖੋਜ ਕਰਦਾ ਹੈ, ਚਾਹੇ ਅੰਦਰ ਦੀ ਦੁਨੀਆ ਦੀ ਖੋਜ ਕਰਦਾ ਹੈ, ਸਾਧ ਸੰਗਤ ਜੀ ਪ੍ਰਾਪਤੀ ਉਸੇ ਨੂੰ ਹੁੰਦੀ ਜਿਹੜਾ ਕਰਦਾ। ਆਲਸੀ ਮਨੁੱਖ ਨਹੀਂ ਕਦੇ ਕੁਝ ਪ੍ਰਾਪਤ ਕਰ ਸਕਦਾ, ਯਤਨ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਘਾਲਣੀ ਪੈਂਦੀ ਹੈ। ਉਹ ਮਾਲਕ ਦੇ ਹੱਥਾਂ ਵਿੱਚ ਹੈ ਕਿ ਜੀਵ ਦੀ ਝੋਲੀ ਵਿੱਚ ਫਲ ਪਾਉਣਾ ਕਿ ਨਹੀਂ ਪਾਉਣਾ। ਸਾਧ ਸੰਗਤ ਜੀ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ, ਕਰੋ ਯਤਨ ਜੇ ਹੋਏ ਮਿਹਰਬਾਨਾ। ਬੇਨਤੀ ਵੀ ਸਿੱਖ ਕਰਦੇ ਹਨ ਨਾਲ ਦੇ ਨਾਲ, ਮਹਾਰਾਜ ਜੀ ਆਪ ਜੀ ਦੀ ਮਿਹਰ ਹੋ ਜਾਵੇ ਨਾ, ਮਿਹਰਬਾਨ ਹੋ ਕਰਕੇ ਸਾਡੇ ਤੇ ਮਿਹਰ ਭਰੀ ਨਿਗਾਹ ਕਰ ਦੇਵੋ। ਹੇ ਗਰੀਬ ਨਵਾਜ ਕਰੋ ਯਤਨ, ਮੈਂ ਫਿਰ ਕੋਈ ਨਾ ਕੋਈ ਯਤਨ ਕਰਾਂ। ਹੇ ਵਾਹਿਗੁਰੂ ਆਪ ਜੀ ਦੀ ਪ੍ਰਾਪਤੀ ਦੇ ਲਈ ਕੋਈ ਯਤਨ ਕਰਾਂ, ਜੀਵਨ ਦੇ ਅੰਦਰ ਨਾਮ ਦੀ ਸੇਵਾ ਸਿਮਰਨ ਦੀ ਸਾਧਨਾ ਕਰਾਂ। ਤਾਕੋ ਦੇਈ ਜਿਉ ਕੁਰਬਾਨਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਕੋ ਦੇਈ ਜਿਉ ਕੁਰਬਾਨਾ। ਜੀਉ ਜਿਹੜੇ ਜਿੰਦੇ ਆ ਨਾ, ਉਹਦੇ ਤੋਂ ਉੱਪਰੋਂ ਅਸੀਂ ਵਾਰ ਦਿੰਦੇ ਹਾਂ, ਕੁਰਬਾਨ ਕਰਦੇ ਆਪਣੀ ਜਿੰਦੜੀ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦੇਣ, ਵਾਹਿਗੁਰੂ ਦੀ ਪ੍ਰਾਪਤੀ ਦਾ ਸਾਡੇ ਹਿਰਦੇ ਅੰਦਰ ਯਤਨ ਪੈਦਾ ਹੋਵੇ, ਉਤਸ਼ਾਹ ਉਮਾਹੜਾ ਪੈਦਾ ਹੋਵੇ ਰੱਬ ਦੇ ਨਾਲ ਮਿਲਣੇ ਦਾ। ਕਿਉਂਕਿ ਜੀਵਨ ਭਰ ਸਾਧ ਸੰਗਤ ਜੀ ਮਨੁੱਖ ਹੋਰ ਸੰਸਾਰ ਭਰ ਦੇ ਬਹੁਤ ਯਤਨ ਕਰਦਾ ਰਹਿੰਦਾ, ਜੀਵਨ ਭਰ ਯਤਨਸ਼ੀਲ ਰਹਿੰਦਾ, ਕੋਈ ਨਾ ਕੋਈ ਯਤਨ ਕਰਦਾ ਹੀ ਰਹਿੰਦਾ ਕੁਝ ਕਰਨ ਦੇ ਵਾਸਤੇ। ਅਸੀਂ ਸਾਰੇ ਕਰਦੇ ਹਾਂ, ਪਰ ਰੱਬ ਦੀ ਪ੍ਰਾਪਤੀ ਦੇ ਲਈ ਯਤਨ ਕਰਨਾ ਹੈ ਤਾਂ ਉਹ ਵੀ ਯਤਨ ਹੀ ਹੈ, ਪਰ ਕੋਈ ਵਿਰਲਾ ਕਰਦਾ। ਉਹ ਸਾਧ ਸੰਗਤ ਜੀ ਹਰ ਕੋਈ ਨਹੀਂ ਯਤਨ ਕਰਦਾ। ਪ੍ਰਮਾਤਮਾ ਜਿਸ ਜੀ ਤੇ ਮਿਹਰਬਾਨ ਹੋ ਕਰਕੇ ਮਿਹਰ ਕਰ ਦਿੰਦਾ ਹੈ, ਕਿਉਂਕਿ ਪ੍ਰਮਾਤਮਾ ਬੜਾ ਹੀ ਮਿਹਰਬਾਨ ਹੈ, ਬੜਾ ਹੀ ਦਇਆ ਦਾ ਘਰ ਦਇਆਲੂ ਹੈ, ਕਿਰਪਾ ਦੇ ਕਰਨ ਵਾਲਾ ਕਿਰਪਾਲੂ ਹੈ। ਐਸਾ ਪਰਮੇਸ਼ਰ ਹੈ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ, ਉਹਨਾਂ ਨੇ ਸਤਿਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦਾ ਯਤਨ ਕੀਤਾ। ਤੇ ਹਜੂਰ ਨੇ ਉਚਾਰਨ ਕੀਤਾ ਤਾਕ ਕੋ ਦੇ ਜੀਉ ਕੁਰਬਾਨਾ। ਉਹਨਾਂ ਤੇ ਜੀਉ ਜਿੰਦੜੀ ਆਪਣੀ ਵਾਰਨੇ ਕਰਦੇ ਹਾਂ, ਕੁਰਬਾਨ ਕਰ ਦਿੰਦੇ ਹਾਂ। ਫਿਰਤ ਸੰਤਨ ਪਹਿ ਆਇਆ। ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਹੇ ਜੀਵ ਸੰਸਾਰ ਭਰ ਦੇ ਅੰਦਰ ਬਹੁਤ ਫਿਰਨਾ ਕੀਤਾ, ਕਦੇ ਕਿਸੇ ਦਰ ਤੇ ਕਦੇ ਕਿਸੇ ਪਾਸੇ ਫਿਰਦਾ ਰਿਹਾ।
ਪਰ ਜਦੋਂ ਇਹ ਪ੍ਰਾਣਾ ਧਾਰੀ ਜੀਵ ਸਤਿਪੁਰਸ਼ਾਂ ਦੇ ਦਰ ਤੇ ਆਇਆ, ਸਤਿਪੁਰਸ਼ਾਂ ਦੀ ਸਤ ਸੰਗਤ ਵਿੱਚ ਆਇਆ ਹੈ, ਦੁਖ ਭਰਮ ਹਮਾਰਾ ਸਗਲ ਮਿਟਾਇਆ। ਮਹਾਰਾਜ ਸਾਹਿਬ ਜੀ ਗੁਰਸਿੱਖ ਦੁਆਰਾ ਜਗਿਆਸੂ ਮੁਖ ਦੁਆਰਾ ਉਚਾਰਨ ਕਰ ਰਹੇ ਹੈ। ਉਦੋਂ ਸਾਡੇ ਹਿਰਦੇ ਵਿੱਚੋਂ ਅਗਿਆਨ ਦਾ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਪ੍ਰਕਾਰ ਦਾ ਭਰਮ ਹੀ ਜਿਹੜਾ ਨਾ ਗਵਾਇਆ ਚਲਾ ਗਿਆ, ਅਭਾਵ ਹੋ ਗਿਆ ਜਦੋਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਆ ਕਰਕੇ ਮਿਲਣਾ ਕੀਤਾ। ਸਤ ਸੰਗਤ ਜੀ, ਇਹ ਸਤ ਸੰਗਤ ਦੀ ਵਡਿਆਈ ਹੈ। ਜੇ ਗੁਰਸਿੱਖ ਭਾਵਨਾ ਦੇ ਨਾਲ ਹਰ ਰੋਜ਼ ਸਤਿਗੁਰਾਂ ਦੀ ਪਿਆਰੀ ਸੰਗਤ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਨੂੰ ਸੋਝੀ ਬਖਸ਼ਦੇ ਹੈ। ਸਾਧ ਸੰਗਤ ਜੀ, ਸੋਝੀ ਦਾ ਦੂਜਾ ਨਾਮ ਹੀ ਅਸਲ ਦੇ ਵਿੱਚ ਗਿਆਨ ਹੈ। ਗਿਆਨ ਹੈ, ਜੀਵ ਨੂੰ ਸੋਝੀ ਆ ਜਾਂਦੀ ਹੈ ਨਾ, ਕਹਿ ਲਈ ਕਿ ਗਿਆਨ ਦੀ ਪ੍ਰਾਪਤੀ ਹੋ ਗਈ, ਮਨੁੱਖ ਗਿਆਨਵਾਨ ਹੋ ਗਿਆ। ਤੇ ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਕਰਦਾ ਹੈ, ਤਿਵੇਂ ਤਿਵੇਂ ਸੋਝੀ ਮਿਲਦੀ ਹੈ, ਭਾਵ ਗਿਆਨ ਦੀ ਪ੍ਰਾਪਤੀ ਹੋਈ ਜਾਂਦੀ ਹੈ। ਤੇ ਜਿਵੇਂ ਜਿਵੇਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਹੋਈ ਜਾਂਦਾ ਹੈ, ਤਿਵੇਂ ਤਿਵੇਂ ਭਰਮਾਂ ਦੀ ਨਿਵਰਤੀ ਹੁੰਦੀ ਹੈ। ਭਰਮ ਕੀ ਹੈ? ਅਸਲੀਅਤ ਉੱਪਰ ਪੜਦਾ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਮਹਾਰਾਜ ਭਰਮ ਨੂੰ ਕੀ ਆਖੀਏ? ਜੋ ਕੁਝ ਮੰਨਦੇ ਹਾਂ ਉਹ ਸੱਚ ਨਹੀਂ, ਜੋ ਸੱਚ ਹੈ ਸਾਡਾ ਮਨ ਨਹੀਂ ਮੰਨਦਾ। ਸਾਡੇ ਮੰਨਣ ਵਿੱਚ ਆਉਂਦਾ ਹੀ ਨਹੀਂ ਕਿ ਪਰਮੇਸ਼ਰ ਸੱਚਾ ਹੈ। ਸੰਸਾਰ ਨੂੰ ਹੀ ਮਹਾਰਾਜ ਅਸੀਂ ਸੱਚਾ ਮੰਨੀ ਬੈਠੇ ਹਾਂ, ਆਪਣਾ ਸਰੀਰ ਹੀ ਅਸੀਂ ਸੱਚਾ ਮੰਨੀ ਬੈਠੇ ਹਾਂ, ਆਪਣਾ ਪਰਿਵਾਰ ਧਨ ਪਦਾਰਥਾਂ ਨੂੰ ਹੀ ਮਹਾਰਾਜ ਅਸੀਂ ਸੱਚੇ ਮੰਨੀ ਬੈਠੇ ਹਾਂ। ਅਸਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜੀਵ ਤੇਰੀ ਮੱਤ ਤੇ ਭਰਮ ਦਾ ਪੜਦਾ ਪਿਆ ਹੋਇਆ। ਇਹ ਪੜਦਾ ਕਿਵੇਂ ਦੂਰ ਹੁੰਦਾ ਹੈ? ਇਹਦੇ ਬਾਬਤ ਮਹਾਰਾਜ ਜੀ ਨੇ ਇੱਕ ਉਦਾਹਰਣ ਵੀ ਦਿੱਤੀ ਹੈ। ਸਾਧ ਸੰਗਤ ਜੀ, ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਤੇ ਉਹ ਪ੍ਰਤੀਤ ਹੁੰਦਾ ਕਿ ਸੱਪ ਹੈ ਤੇ ਭਰਮ ਹੀ ਹੈ ਨਾ ਜੀਵ ਦਾ। ਜਦੋਂ ਦਿਨ ਚੜ੍ਹਦਾ ਫਿਰ ਕਹਿੰਦਾ ਉਹ ਮੈਂ ਤਾਂ ਐਵੇਂ ਡਰਦਾ ਰਿਹਾ, ਇਹ ਤਾਂ ਅਸਲ ਦੇ ਵਿੱਚ ਰੱਸੀ ਪਈ ਹੋਈ ਸੀ, ਰਾਤ ਮੈਂ ਐਵੇਂ ਤਪਕਦਾ ਰਿਹਾ ਦੇਖ ਕਰਕੇ ਡਰਦਾ ਸਾਂ ਕਿ ਇਹ ਸੱਪ ਹੈ ਕਿਤੇ ਮੈਨੂੰ ਲੜ ਨਾ ਜਾਵੇ। ਉਹ ਭਰਮ ਹੀ ਹੈ ਨਾ ਜੀਵ ਦਾ। ਇਸੇ ਪ੍ਰਕਾਰ ਜੋ ਮਤ ਤੇ ਭਰਮ ਦਾ ਪੜਦਾ ਪਿਆ ਹੋਇਆ ਸਾਧ ਸੰਗਤ ਜੀ, ਅਗਿਆਨ ਦੇ ਹਨੇਰੇ ਕਰਕੇ ਹੈ। ਜਦੋਂ ਹਿਰਦੇ ਰੂਪ ਆਕਾਸ਼ ਤੇ ਗਿਆਨ ਰੂਪੀ ਸੂਰਜ ਚੜ੍ਹਦਾ ਹੈ ਨਾ, ਪ੍ਰਕਾਸ਼ ਹੁੰਦਾ ਹੈ, ਫਿਰ ਪਤਾ ਚੱਲਦਾ ਹੈ ਰੱਸੀ ਦੀ ਤਰ੍ਹਾਂ ਕਿ ਅਸਲ ਦੇ ਵਿੱਚ ਪਰਮਾਤਮਾ ਸੱਚਾ ਸੀ, ਮੈਂ ਵੀ ਸੰਸਾਰ ਨੂੰ ਸੱਚਾ ਮੰਨੀ ਬੈਠਾ ਸਾਂ। ਅਸਲ ਦੇ ਵਿੱਚ ਵਾਹਿਗੁਰੂ ਮੇਰਾ ਆਪਣਾ ਹੈ, ਅਕਾਲ ਪੁਰਖ ਵਾਹਿਗੁਰੂ ਮੇਰਾ ਰੱਖਿਆ ਕਰਨ ਵਾਲਾ, ਮੇਰੇ ਅੰਗ ਸੰਗ ਹੋ ਕਰਕੇ ਨਾਲ ਨਿਭਣ ਵਾਲਾ ਹੈ। ਮੈਂ ਵੀ ਸੰਸਾਰ ਦੇ ਅੰਦਰ ਧਨ ਪਦਾਰਥਾਂ ਨੂੰ ਆਪਣਾ ਮੰਨੀ ਬੈਠਾ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਫਿਰਤ ਫਿਰਤ ਸੰਤਨ ਪਹਿ ਆਇਆ। ਜਦੋਂ ਸਤਿਪੁਰਸ਼ਾਂ ਦੀ ਸਤ ਸੰਗਤ ਵਿੱਚ ਆਇਆ ਤਾਂ ਮਹਾਰਾਜ ਕਹਿੰਦੇ ਸਮਝ ਪਈ ਹੈ, ਦੁਖ ਭਰਮ ਹਮਾਰਾ ਸਗਲ ਮਿਟਾਇਆ। ਗਰੀਬ ਨਵਾਜ ਸਤਿਗੁਰਾਂ ਨੇ ਆਪਣੇ ਉਪਦੇਸ਼ ਦੁਆਰਾ ਐਸੀ ਕਿਰਪਾ ਕੀਤੀ, ਜੰਮਣ ਮਰਨ ਦਾ ਅਥਵਾ ਅਗਿਆਨ ਦਾ ਦੁੱਖ, ਫਿਰ ਹਰ ਪ੍ਰਕਾਰ ਦਾ ਭਰਮ, ਮਰਦੇ ਪਏ ਹੋ ਭਰਮ ਦਾ ਪੜਦਾ ਵੀ ਮਹਾਰਾਜ ਸਾਹਿਬ ਜੀ ਨੇ ਗਵਾ ਦਿੱਤਾ। ਸਤ ਸੰਗਤ ਦੀ ਪ੍ਰਾਪਤੀ ਹੋਣੇ ਕਰਕੇ ਹਿਰਦਿਓਂ ਦੂਰ ਹੋ ਗਏ ਹਨ। ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ। ਤੇ ਫਿਰ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ, ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਜੀਵ ਨੂੰ ਵਾਹਿਗੁਰੂ ਨੇ ਆਪਣੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾਇਆ ਹੈ। ਪਰਮੇਸ਼ਰ ਦੇ ਸਰੂਪ ਦਾ ਆਨੰਦ ਭੁੰਚਾ, ਫਿਰ ਛਕਿਆ ਹੈ, ਖਾਧਾ, ਭਾਵ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਿਆ। ਜਿਵੇਂ ਬੜਾ ਕੁ ਸਵਾਦਿਸ਼ਟ ਪਦਾਰਥ ਛਕਿਆ ਹੋਵੇ ਨੂੰ ਭੁੰਚਾ ਕਹਿੰਦੇ ਨੇ। ਜੇ ਕੋ ਖਾਵੈ ਜੇ ਕੋ ਭੁੰਚੈ, ਸਾਧ ਸੰਗਤ ਜੀ ਤਿਸ ਕਾ ਹੋਏ ਉਧਾਰੋ। ਉਹਦਾ ਉਧਾਰ ਹੁੰਦਾ ਹੈ ਜਿਹੜਾ ਖਾ ਕਰਕੇ ਪਚਾਉਂਦਾ। ਜਿਵੇਂ ਪ੍ਰਤੱਖ ਵੀ ਹੈ ਨਾ, ਕੋਈ ਮਨੁੱਖ ਭਾਰੀ ਖੁਰਾਕ ਖਾ ਲਵੇ ਤੇ ਪਾਚਨ ਸ਼ਕਤੀ ਕਮਜ਼ੋਰ ਹੋਵੇ ਤੇ ਉਹਨੂੰ ਪਚਦੀ ਨਹੀਂ ਹੈ। ਸਾਧ ਸੰਗਤ ਜੀ, ਮਿਹਦਾ ਕਮਜ਼ੋਰ ਹੋਵੇ ਤੇ ਭਾਰੀ ਖੁਰਾਕ ਉਹਨੂੰ ਪਚਦੀ ਨਹੀਂ। ਤੋ ਇਸ ਪ੍ਰਕਾਰ ਜਿਹੜੀ ਪਚਾਉਣ ਦੀ ਸ਼ਕਤੀ ਹੈ ਨਾ, ਕੋਈ ਅਜਰ ਸ਼ਕਤੀ ਦੀ ਪ੍ਰਾਪਤੀ ਹੋ ਜਾਣੀ, ਪ੍ਰਮਾਤਮਾ ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ ਜਿਨ੍ਹਾਂ ਦੇ ਕੋਲ ਪਚਾਉਣ ਦੀ ਸ਼ਕਤੀ ਹੈ। ਅਜਰ ਸ਼ਕਤੀ ਨੂੰ ਜਰਨਾ ਜਿਨ੍ਹਾਂ ਨੇ ਸਿੱਖ ਲਿਆ ਹੈ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਜਿਨ੍ਹਾਂ ਨੇ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨਣਾ ਸਿੱਖ ਲਿਆ ਹੈ, ਅਸਲ ਦੇ ਵਿੱਚ ਉਹਨਾਂ ਨੂੰ ਪ੍ਰਮਾਤਮਾ ਨੇ ਦਾਤ ਬਖਸ਼ੀ।
ਤੋ ਹਜੂਰ ਕਹਿੰਦੇ ਹਨ, ਗੁਰਮੁਖ ਪਿਆਰਿਆਂ ਨੇ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਭੁੰਚਾ। ਜੋ ਅਮਰ ਕਰ ਦੇਣ ਵਾਲੀ ਸ਼ਕਤੀ ਹੈ ਨਾ ਪਰਮੇਸ਼ਰ ਦਾ ਨਾਮ ਅੰਮ੍ਰਿਤ, ਉਹ ਵਾਹਿਗੁਰੂ ਦੇ ਨਾਮ ਅੰਮ੍ਰਿਤ ਦੇ ਸਵਾਦ ਨੂੰ ਭੁੰਚਾ ਛਕਿਆ ਹੈ ਜਾਂ ਭੁੰਚਾ ਪਚਾ ਲਿਆ ਹੈ। ਅਜਰ ਸ਼ਕਤੀ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਜਦੋਂ ਵਾਹਿਗੁਰੂ ਨੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾਇਆ ਹੈ। ਕਹੋ ਨਾਨਕ ਪ੍ਰਭ ਮੇਰਾ ਉੱਚਾ, ਤਾਂ ਫਿਰ ਨਿਸ਼ਚੈ ਕਰਕੇ ਜਾਣਿਆ ਕਿ ਮੇਰਾ ਮਾਲਕ ਪਰਮਾਤਮਾ ਸਭ ਤੋਂ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਕੋਈ ਰਾਜੇ ਨੂੰ ਉੱਚਾ ਮੰਨਦਾ, ਕੋਈ ਮਹਾਰਾਜੇ ਨੂੰ ਉੱਚਾ ਮੰਨਦਾ, ਕੋਈ ਚੱਕਰਵਰਤੀ ਬਾਦਸ਼ਾਹ ਨੂੰ ਉੱਚਾ ਮੰਨਦਾ, ਕੋਈ ਸਾਧ ਸੰਗਤ ਜੀ ਬ੍ਰਹਮਾ ਨੂੰ ਉੱਚਾ ਮੰਨਦਾ, ਕੋਈ ਕਹਿੰਦਾ ਕਿ ਵਿਸ਼ਨੂੰ ਜੀ ਉੱਚਾ ਹੈ, ਕੋਈ ਕਹਿੰਦਾ ਸ਼ਿਵ ਜੀ ਭਗਵਾਨ ਸਭ ਤੋਂ ਉੱਚਾ। ਪਰ ਨਹੀਂ, ਇਹਨਾਂ ਸਭ ਦੇਵੀ ਸ਼ਕਤੀਆਂ ਤੋਂ ਵੀ ਉੱਚਾ ਪਰਮਾਤਮਾ ਹੈ। ਹਰ ਸ਼ਕਤੀ ਤੋਂ ਉੱਚਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਉਹ ਕਿਸੇ ਸੀਮਾ ਦੇ ਵਿੱਚ ਨਹੀਂ ਹੈ, ਕਿਸੇ ਹੱਦ ਬੰਨੇ ਦੇ ਵਿੱਚ ਨਹੀਂ ਹੈ, ਸਭ ਸੀਮਾ ਤੋਂ ਪਰੇ ਪਰਮਾਤਮਾ ਹੈ। ਤਾਂ ਹੀ ਕਹਿੰਦੇ ਹਨ ਕਿ ਉਸ ਵਾਹਿਗੁਰੂ ਜੀ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪੈਂਦਾ। ਪ੍ਰਕਿਰਤੀ ਦੇ ਪਰਿਵਾਰ ਦੇ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਪਰੇ ਵੱਸਦਾ ਹੈ, ਜੀਵਾਂ ਤੋਂ ਪਰੇ ਰਹਿੰਦਾ ਹੈ। ਸਭ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਕਹੋ ਨਾਨਕ ਪ੍ਰਭ ਮੇਰਾ ਉੱਚਾ। ਹੇ ਗੁਰਸਿੱਖੋ, ਉਹਨਾਂ ਗੁਰਮੁਖਾਂ ਨੂੰ ਨਿਸ਼ਚਾ ਹੋ ਗਿਆ ਕਿ ਪਰਮੇਸ਼ਰ ਸਭ ਤੋਂ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾ ਲਿਆ ਹੈ। ਪੜਹੰਸ ਮਹੱਲਾ ਪੰਜਵਾ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਉਹ ਜੀਵਨ ਦੇ ਅੰਦਰ ਵੇਲਾ ਧੰਨਤਾ ਦੇ ਯੋਗ ਹੈ। ਉਹ ਸਮਾਂ ਜੀਵਨ ਦੇ ਸਾਧ ਸੰਗਤ ਜੀ ਬਹੁਤ ਸੁਭਾਗਾ ਹੈ, ਉਹ ਸਫਲਾ ਹੈ, ਉਹਨੂੰ ਧੰਨਤਾ ਦੇ ਯੋਗ ਆਖਣਾ ਚਾਹੀਦਾ। ਉਸ ਵੇਲੇ ਨੂੰ ਜੀਵਨ ਦੇ ਅੰਦਰ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣ, ਜੀਵਨ ਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਦਾਤ ਮਿਲੇ। ਮਹਾਰਾਜ ਕਹਿੰਦੇ ਉਹ ਸਮੇਂ ਨੂੰ, ਉਹ ਵੇਲੇ ਨੂੰ ਧੰਨਤਾ ਯੋਗ ਸਮਝਣਾ ਚਾਹੀਦਾ, ਕਿਉਂਕਿ ਜੇ ਗੁਰਸਿੱਖ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ, ਸਾਧ ਸੰਗਤ ਜੀ ਨੇਤਰਾਂ ਦੀ ਸਫਲਤਾ ਹੁੰਦੀ ਹੈ, ਨੇਤਰ ਸਫਲੇ ਹੁੰਦੇ ਹਨ। ਜੇ ਨੇਤਰਾਂ ਦੇ ਨਾਲ ਭਾਵਨਾ ਧਾਰਨ ਕਰਕੇ ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਦੀਦਾਰ ਕਰਦਾ, ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਤਮਸਤਕ ਹੁੰਦਾ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਬੜੇ ਪਿਆਰ ਸ਼ਰਧਾ ਧਾਰਨ ਕਰਕੇ ਨਮਸਕਾਰ ਕਰਦਾ ਹੈ। ਜਦੋਂ ਨਮਸਕਾਰ ਕਰਦਾ ਹੈ ਨਾ ਗੁਰਸਿੱਖ, ਮਨ ਵਿੱਚ ਭਾਵਨਾ ਹੁੰਦੀ ਹੈ, ਮਹਾਰਾਜ ਮੈਂ ਆਪ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਰਿਹਾ ਹਾਂ। ਐਸੀ ਮਨ ਵਿੱਚ ਭਾਵਨਾ ਹੋਵੇ, ਭਰੋਸਾ ਹੋਵੇ ਕਿ ਸਤਿਗੁਰੂ ਜੀ ਪ੍ਰਤੱਖ ਹਾਜ਼ਰ ਨਾਜ਼ਰ ਹਨ। ਇਦਾਂ ਦੀ ਅੰਦਰ ਭਾਵਨਾ ਹੋਵੇ ਤੇ ਨੇਤਰ ਵੀ ਸਫਲੇ ਹੋ ਜਾਂਦੇ ਐ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਨੇ, ਨੇਤਰ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਨ ਅਮੋਲ ਗੁਰ ਬਚਨ ਧਰਨ ਕੈ। ਨੇਤਰ ਤਾਂ ਸਫਲੇ ਹੁੰਦੇ ਜੇ ਇਹਨਾਂ ਨੇਤਰਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ। ਕੰਨ ਤਾਂ ਸਫਲੇ ਹੁੰਦੇ ਜੇ ਕੰਨਾਂ ਦੇ ਨਾਲ ਸਤਿਗੁਰੂ ਜੀ ਦਾ ਜਸ ਸਰਵਣ ਕੀਤਾ ਜਾਵੇ। ਜਿਹਬਾ ਇਹ ਰਸਨਾ ਤਾਂ ਸਫਲੀ ਹੁੰਦੀ ਜੇ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਜਾਵੇ, ਗੁਰੂ ਕੀ ਬਾਣੀ ਪੜ੍ਹੀ ਜਾਵੇ ਤਾਂ ਸਫਲ ਹੈ। ਤਾਂ ਇਹਨਾਂ ਦਾ ਇੰਦਰੀਆਂ ਦਾ ਵੀ ਸਫਲਤਾ ਹੁੰਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਹੇ ਗਰੀਬ ਨਵਾਜ, ਉਹ ਸਾਡੀ ਜੀਵਨ ਦਾ ਮਹਾਰਾਜ ਘੜੀ ਮਾਤਰ, ਉਹ ਪਲਕ ਮਾਤਰ ਜਿੰਨਾ ਸਮਾਂ ਵੀ ਮਹਾਰਾਜ ਸਫਲਾ ਹੈ, ਧੰਨਤਾ ਦੇ ਯੋਗ ਹੈ ਜਦੋਂ ਆਪ ਜੀ ਦੇ ਦਰਸ਼ਨ ਕੀਤੇ ਹੈ। ਜਦੋਂ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਸਾਨੂੰ ਪ੍ਰਾਪਤੀ ਹੋਈ ਹੈ, ਉਹ ਸਮਾਂ ਸਾਧ ਸੰਗਤ ਜੀ ਭਾਵੇਂ ਬਾਲਕ ਅਵਸਥਾ ਵਿੱਚ ਮਿਲ ਜਾਵੇ, ਭਾਵੇਂ ਭਰ ਜਵਾਨੀ ਦੀ ਅਵਸਥਾ ਵਿੱਚ, ਭਾਵੇਂ ਢਲਦੀ ਜਵਾਨੀ ਦੀ ਅਵਸਥਾ ਵਿੱਚ, ਜਾਂ ਫਿਰ ਬਿਰਧ ਅਵਸਥਾ ਦੇ ਵਿੱਚ, ਉਹ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਦਾਤ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਕਸ਼ਮੀਰ ਦੇ ਇਲਾਕੇ ਵਿੱਚ ਮਾਤਾ ਭਾਗ ਭਰੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੀ ਹੈ। ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਦਾ ਬਲ ਵੀ ਭਾਵੇਂ ਅਭਾਵ ਹੋ ਚੁੱਕਾ ਹੈ ਵਡੇਰੀ ਉਮਰ ਹੋਣੇ ਕਰਕੇ। ਜਿਵੇਂ ਜਿਵੇਂ ਜੀਵ ਦੀ ਉਮਰ ਵਡੇਰੀ ਹੁੰਦੀ ਹੈ, ਸਾਧ ਸੰਗਤ ਜੀ ਇੰਦਰੀ ਸਿਥਲ ਹੋਣੇ ਸ਼ੁਰੂ ਹੋ ਜਾਂਦੇ ਹੈ, ਇੰਦਰੀਆਂ ਦਾ ਬਲ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਦਾ ਬਲ ਘਟ ਜਾਂਦਾ ਹੈ, ਸੁਣਨ ਦਾ ਵੀ ਮਨੁੱਖ ਦਾ ਬਲ ਘਟ ਜਾਂਦਾ ਹੈ।
ਰਸਨਾ ਤੋਂ ਬੋਲ ਵੀ ਸਪਸ਼ਟ ਨਹੀਂ ਨਿਕਲਦੇ। ਜਦੋਂ ਜਿਵੇਂ ਜਿਵੇਂ ਉਮਰ ਜਿਹੜੀ ਜੀਵ ਦੀ ਵੱਡੀ ਹੁੰਦੀ ਜਾਂਦੀ ਹੈ। ਤੋ ਇਸ ਪ੍ਰਕਾਰ ਮਾਤਾ ਭਾਗ ਭਰੀ ਜੀ ਦੀ ਉਮਰ ਵਡੇਰੀ ਹੋ ਗਈ ਸੀ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਵੀ ਨਹੀਂ ਸੀ ਰਹੀ, ਪਰ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਯਾਦ ਕਰਦੀ, ਮਹਾਰਾਜ ਕਦੋਂ ਸੁਭਾਗਾ ਸਮਾਂ ਆਵੇਗਾ। ਹੇ ਗਰੀਬ ਨਵਾਜ, ਇਹ ਜੀਵਨ ਰੂਪੀ ਰੁਖੜਾ ਮਹਾਰਾਜ ਹੁਣ ਤਾਂ ਬਸ ਇਹ ਸਮੁੰਦਰ ਦੇ ਕਿਨਾਰੇ ਤੇ ਪਤਾ ਨਹੀਂ ਕਿਹੜੇ ਵੇਲੇ ਮਹਾਰਾਜ ਕਾਲ ਰੂਪੀ ਛਲ ਲੱਗ ਜਾਣੀ ਹੈ। ਹੇ ਗਰੀਬ ਨਵਾਜ, ਸੰਸਾਰ ਸਮੁੰਦਰ ਦੇ ਵਿੱਚ ਕਿਤੇ ਰੁੜ ਨਾ ਜਾਵਾਂ। ਹੇ ਸਤਿਗੁਰੂ ਜੀ, ਇੱਕ ਵਾਰ ਤੁਹਾਡੇ ਦਰਸ਼ਨ ਜ਼ਰੂਰ ਮੈਨੂੰ ਪ੍ਰਾਪਤ ਹੋ ਜਾਣ। ਮਾਤਾ ਭਾਗ ਭਰੇ ਜੀ ਨੂੰ ਦਰਸ਼ਨ ਬਖਸ਼ੇ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਵਾਲੇ ਸਤਿਗੁਰੂ ਜੀ ਨੇ। ਘੋੜੇ ਤੇ ਅਸਵਾਰ ਅੰਮ੍ਰਿਤਸਰ ਸਾਹਿਬ ਤੋਂ ਕਸ਼ਮੀਰ ਦੇ ਇਲਾਕੇ ਵੀ ਸਤਿਗੁਰਾਂ ਨੇ ਜਾ ਕਰਕੇ ਦਰਸ਼ਨ ਦਿੱਤੇ ਹੈ। ਤੇ ਜਦੋਂ ਨੇਤਰਾਂ ਵਿੱਚ ਭਾਵੇਂ ਦੇਖਣ ਦੀ ਸ਼ਕਤੀ ਵੀ ਨਹੀਂ ਸੀ, ਪਰ ਮਹਾਰਾਜ ਸਾਹਿਬ ਜੀ ਨੇ ਜਦੋਂ ਹੁਕਮ ਕੀਤਾ ਹੈ, ਵਚਨ ਕਹੇ ਹੈ, ਤੇ ਸਾਧ ਸੰਗਤ ਜੀ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਵੀ ਪ੍ਰਾਪਤ ਹੋ ਗਈ ਹੈ ਕਿ ਮਾਤਾ ਨੂੰ ਯਾਦ ਕੀਤਾ ਹੈ ਤੇ ਅਸੀਂ ਆ ਗਏ ਹਾਂ। ਜਦੋਂ ਸਤਿਗੁਰੂ ਜੀ ਦੇ ਵੱਲ ਤੱਕਿਆ ਹੈ, ਦਰਸ਼ਨ ਕਰਕੇ ਹਿਰਦਾ ਗਦ ਗਦ ਹੋ ਗਿਆ, ਨੇਤਰਾਂ ਵਿੱਚੋਂ ਖੁਸ਼ੀ ਦੇ ਨਾਲ ਹੰਝੂ ਵਗ ਰਹੇ ਨੇ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਫਿਰ ਸਾਧ ਸੰਗਤ ਜੀ ਮਾਤਾ ਭਾਗ ਭਰੀ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਸਰੀਰ ਤਿਆਗ ਦਿੱਤਾ ਸੀ ਕਿ ਮਹਾਰਾਜ ਇੱਕੋ ਹੀ ਮੇਰੇ ਮਨ ਦੀ ਇੱਛਾ ਸੀ ਤੁਹਾਡੇ ਦਰਸ਼ਨ ਕਰਨੇ ਦੀ। ਲੰਬੇਰੇ ਸਮੇਂ ਤੋਂ ਆਸ ਲਾਈ ਹੋਈ ਸੀ, ਤੁਹਾਡੇ ਦਰਸ਼ਨ ਪ੍ਰਾਪਤ ਹੋ ਗਏ। ਇਤਿਹਾਸ ਵਿੱਚ ਬਚਨ ਲਿਖੇ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸੰਸਕਾਰ ਦੀ ਸੇਵਾ ਕੀਤੀ ਸੀ। ਗਰੀਬ ਨਵਾਜ ਸਤਿਗੁਰਾਂ ਨੇ ਮਾਤਾ ਭਾਗ ਭਰੀ ਜੀ ਦੇ ਸਰੀਰ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਸੀਗਾ। ਤੋ ਹਜੂਰ ਕਹਿੰਦੇ ਪਤਾ ਨਹੀਂ ਕਦੋਂ ਜੀਵਨ ਦੇ ਵਿੱਚ ਦਾਤ ਪ੍ਰਾਪਤ ਹੋਵੇ, ਪਰ ਜਦੋਂ ਵੀ ਮਿਲੇ ਉਹ ਸਮਾਂ ਸੁਭਾਗਾ। ਉਹ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਸੁਭਾਗਾ ਸਮਾਂ ਹੈ ਜਦੋਂ ਜੀਵ ਨੂੰ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਮਿਲ ਜੇ, ਵਾਹਿਗੁਰੂ ਦੀ ਸਾਖਸ਼ਾਤ ਰੂਪ ਦੇ ਵਿੱਚ ਦੀਦਾਰ ਪ੍ਰਾਪਤ ਹੋ ਜਾਣਾ। ਆਓ ਬਲਿਹਾਰੀ ਸਤਿਗੁਰ ਚਰਣਾ। ਮਹਾਰਾਜ ਸਾਹਿਬ ਜੀ ਕਹਿੰਦੇ ਅਸੀਂ ਬਲਿਹਾਰ ਜਾਂਦੇ ਆ ਪੂਰੇ ਸਤਿਗੁਰਾਂ ਤੋਂ, ਸਤਿਗੁਰੂ ਜੀ ਦੇ ਚਰਨਾਂ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ। ਗਰੀਬ ਨਵਾਜ ਸਤਿਗੁਰੂ ਜੀ ਹੀ ਹਨ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਖਸ਼ਾਤ ਰੂਪ ਕਰਕੇ ਪ੍ਰਗਟ ਕਰਕੇ ਦਿਖਾ ਸਕਦੇ ਹੈ। ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਸਿੱਖਿਆ ਦੁਆਰਾ ਮਹਾਰਾਜ ਸਾਹਿਬ ਜੀ ਸਿੱਖਿਆ ਦੇਂਦੇ ਤਾਂ ਹੀ ਸਿੱਖ ਪਰਮਾਤਮਾ ਨੂੰ ਸਾਖਸ਼ਾਤ ਰੂਪ ਵਿੱਚ ਪ੍ਰਗਟ ਕਰ ਸਕਦਾ ਹੈ, ਵਾਹਿਗੁਰੂ ਜੀ ਦੇ ਦੀਦਾਰ ਪ੍ਰਾਪਤ ਕਰ ਸਕਦਾ। ਤੋ ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ, ਸਤਿਗੁਰੂ ਜੀ ਦੇ ਚਰਨਾਂ ਤੋਂ ਕੁਰਬਾਨ ਜਾਣਾ ਕਰੋ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਇਹ ਜੀਵਨ ਦਾਨ ਦੇਣ ਵਾਲੇ ਸਰਬ ਜੀਵਾਂ ਦੇ ਦਾਤੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਪ੍ਰੀਤਮ ਪਰਮੇਸ਼ਰ ਜੀਓ। ਮਾਨ ਜੀਵੈ ਪ੍ਰਭ ਨਾਮ ਚ ਤੇਰੇ, ਮਹਾਰਾਜ ਤੁਹਾਡਾ ਨਾਮ ਚੇਤੇ ਕਰਕੇ ਸਾਡਾ ਮਨ ਜੀਵਤ ਭਾਵ ਵਿੱਚ ਰਹਿੰਦਾ ਹੈ। ਤੁਹਾਡਾ ਨਾਮ ਚੇਤੇ ਕਰਦੇ ਆ ਨਾ ਤਾਂ ਹੀ ਮਹਾਰਾਜ ਸਾਡਾ ਅਸਲ ਜੀਵਨ ਹੈ, ਨਹੀਂ ਤਾਂ ਆਖਾਂ ਜੀਵਾ ਵਿਸਰੈ ਮਰ ਜਾਓ। ਮਹਾਰਾਜ ਜੇ ਨਾਮ ਨਹੀਂ ਤੁਹਾਡਾ ਚੇਤੇ ਆਉਂਦਾ ਤੇ ਸਾਡੀ ਆਤਮਿਕ ਮੌਤ ਹੁੰਦੀ ਹੈ। ਤੁਹਾਡਾ ਨਾਮ ਚੇਤੇ ਕਰਨੇ ਕਰਕੇ ਮਹਾਰਾਜ ਸਾਨੂੰ ਅਸਲ ਜੀਵਨ ਮਿਲਿਆ ਹੈ। ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ। हे ਪ੍ਰਮਾਤਮਾ ਜੀ ਤੁਹਾਡਾ ਨਾਮ ਸਭ ਤੋਂ ਵੱਡਾ ਤੇ ਸੱਚਾ ਮੰਤਰ ਹੈ। ਮਹਾਰਾਜ ਆਤਮਿਕ ਰਸ ਦੇਣ ਵਾਲੀ, ਅਮਰ ਕਰ ਦੇਣ ਵਾਲੀ ਆਪ ਜੀ ਦੀ ਪਵਿੱਤਰ ਤੇ ਮਹਾਰਾਜ ਸਭ ਤੋਂ ਵੱਡੀ ਤੇ ਪਰਮ ਬਾਣੀ ਹੈ। ਮਹਾਰਾਜ ਐਸੀ ਅੰਮ੍ਰਿਤਮਈ ਆਪ ਜੀ ਦੀ ਪਵਿੱਤਰ ਗੁਰਬਾਣੀ ਹੈ, ਜੋ ਵੀ ਗੁਰਸਿੱਖ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ ਹੈ, ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਪੱਲਾ ਫੜ ਲੈਂਦਾ ਹੈ, ਉਹਦੀ ਜੀਵਨ ਦੀ ਸਾਧ ਸੰਗਤ ਜੀ ਜੀਵਨ ਯਾਤਰਾ ਸਫਲੀ ਹੋ ਜਾਂਦੀ ਹੈ। ਮਹਾਰਾਜ ਸਾਹਿਬ ਜੀ ਨੇ ਕਿੰਨੇ ਬਚਨ ਉਚਾਰਨ ਕੀਤੇ ਨੇ ਗੁਰਬਾਣੀ ਅੰਦਰ। हे ਗੁਰਸਿੱਖੋ, ਐਸੀ ਅੰਮ੍ਰਿਤਮਈ ਆਤਮਿਕ ਰਸ ਬਖਸ਼ਿਸ਼ ਕਰਨ ਵਾਲੀ ਗੁਰੂ ਕੀ ਬਾਣੀ ਹੈ, ਜੇ ਗੁਰਸਿੱਖ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਆਪ ਮੁਹਾਰੇ ਹੋ ਕਰਕੇ ਬੇਨਤੀਆਂ ਕਰਕੇ ਦੱਸਦਾ ਹੈ,
ਮਹਾਰਾਜ ਸਾਡੇ ਚਿੱਤ ਦੀ ਜਿਹੜੀ ਭਟਕਣਾ ਹੈ, ਸਾਡਾ ਚਿੱਤ ਬਾਰ-ਬਾਰ ਜਿਹੜਾ ਸੜਦਾ ਰਹਿੰਦਾ ਸੀ ਵਿਕਾਰਾਂ ਦੀ ਅੱਗ ਦੇ ਵਿੱਚ, ਈਰਖਾ ਦੀ ਅੱਗ ਦੇ ਵਿੱਚ ਜਾਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਮਹਾਰਾਜ ਸਾਡਾ ਹਿਰਦਾ ਸੀਤਲ ਹੋ ਗਿਆ ਹੈ, ਬਹੁਤ ਸ਼ਾਂਤ ਹੋ ਗਿਆ ਹੈ, ਕਦੇ ਵੀ ਟਿਕਦਾ ਨਹੀਂ ਸੀਗਾ। ਆਪ ਜੀ ਦੀ ਅੰਮ੍ਰਿਤਮਈ ਗੁਰੂ ਕੀ ਬਾਣੀ ਸਰਵਣ ਕਰਨ ਦੇ ਨਾਲ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਮਹਾਰਾਜ ਤੁਹਾਡੇ ਦਰਸ਼ਨ ਮਾਤਰੀ ਸਾਡੇ ਹਿਰਦੇ ਨੂੰ ਸੀਤਲਤਾ ਮਿਲ ਗਈ। ਗਰੀਬ ਨਵਾਜ ਤੁਹਾਡੀ ਬਾਣੀ, ਪਵਿੱਤਰ ਬਾਣੀ ਨੂੰ ਸੁਣਨੇ ਕਰਕੇ ਸਾਡੇ ਜਿਹੜੇ ਬੰਧਨ ਹਨ ਕੱਟੇ ਗਏ ਹੈ। ਸਾਡੇ ਅੰਦਰੋਂ ਮਹਾਰਾਜ ਵਿਕਾਰਾਂ ਦੀ ਸੜਾਂਦ ਖਤਮ ਹੋ ਗਈ, ਹਿਰਦਾ ਸਾਡਾ ਸੀਤਲ ਹੋ ਗਿਆ। ਐਸੀ ਅੰਮ੍ਰਿਤਮਈ ਆਪ ਜੀ ਦੀ ਪਾਵਨ ਗੁਰਬਾਣੀ ਹੈ। ਕਹਤੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਤੋ ਹਜੂਰ ਨੇ ਹੋਰ ਵੀ ਬਚਨ ਉਚਾਰਨ ਕੀਤੇ ਗੁਰਬਾਣੀ ਵਿੱਚ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਸਾਧ ਸੰਗਤ ਜੀ, ਪ੍ਰੀਤ ਰੂਪ ਰਸਨਾ ਦੇ ਨਾਲ ਗੁਰੂ ਕੀ ਬਾਣੀ ਨੂੰ ਪੜ੍ਹਨ ਵਾਲੇ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਪਵਿੱਤਰ ਗੁਰਬਾਣੀ ਨੂੰ ਸਰਵਣ ਕਰਨ ਵਾਲੇ ਜੋ ਗੁਰਮੁਖ ਪਿਆਰੇ ਗੁਰਸਿੱਖ ਹਨ, ਸਤਿਗੁਰੂ ਜੀ ਉਹਨਾਂ ਦੇ ਹਿਰਦੇ ਨੂੰ ਪਵਿੱਤਰ ਕਰ ਦਿੰਦੇ ਹਨ। ਭਾਵੇਂ ਕਿੰਨਾ ਵੀ ਵੱਡਾ ਕੋਈ ਪਾਪੀ ਹੋਵੇ, ਪਤਿਤ ਹੋਵੇ, ਗਿਰੇ ਹੋ ਆਚਰਣ ਵਾਲਾ, ਔਗਣਹਾਰਾ ਕੋਈ ਹੋਵੇ, ਬੇਅੰਤੀ ਗੁਨਾਹ ਕਰਨ ਵਾਲਾ ਹੋਵੇ, ਮਹਾਰਾਜ ਸਾਹਿਬ ਜੀ ਗੁਨਾਹਾਂ ਨੂੰ, ਔਗਣਾਂ ਨੂੰ, ਪਤਿਤ ਪੁਣੇ ਨੂੰ ਸਾਧ ਸੰਗਤ ਜੀ ਮੇਟ ਕਰਕੇ ਪਵਿੱਤਰ ਜੀਵਨ ਮਲਾਲੀ ਬਣਾ ਦਿੰਦੇ ਹਨ। ਐਸੀ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਹੈ। ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਮਹਾਰਾਜ ਤੁਹਾਡਾ ਨਾਮ ਮੰਤਰ ਸਦੀਵੀ ਕਾਲ ਦੇ ਸੱਚਾ ਹੈ। ਸਾਧ ਸੰਗਤ ਜੀ, ਦੁਨੀਆ ਦੇ ਜਿਹੜੇ ਜੰਤਰ ਮੰਤਰ ਆ ਨਾ, ਟੂਣੇ ਟਾਮਣ, ਕੋਈ ਇਹਨਾਂ ਨੂੰ ਸੱਚੇ ਮੰਨੀ ਬੈਠਾ, ਪਰ ਇਹ ਜ਼ਿਆਦਾ ਸਮਾਂ ਰਹਿਣ ਵਾਲੇ ਨਹੀਂ ਹਨ। ਵਾਹਿਗੁਰੂ ਦਾ ਨਾਮ ਅੰਮ੍ਰਿਤ ਜੋ ਹੈ ਮੰਤਰ ਹੈ ਨਾ, ਸਦੀਵੀ ਕਾਲ ਦੀ ਸੱਚਾ ਹੈ। ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਤੇ ਇਹਦੇ ਸਮਸਤ ਕੋਈ ਦੁਨੀਆ ਦਾ ਮੰਤਰ ਵੀ ਪੁੱਜ ਨਹੀਂ ਸਕਦਾ। ਐਸਾ ਸਭ ਤੋਂ ਉੱਚਾ ਤੇ ਸੁੱਚਾ ਵਾਹਿਗੁਰੂ ਦਾ ਨਾਮ ਮੰਤਰ ਹੈ। ਸੀਤਲ ਪੁਰਖ ਦ੍ਰਿਸ਼ਟ ਸੁਜਾਣੀ। ਸਾਧ ਸੰਗਤ ਜੀ, ਜਿਨ੍ਹਾਂ ਤੇ ਵਾਹਿਗੁਰੂ ਨੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦਿੱਤੀ ਹੈ ਨਾ, ਹਿਰਦੇ ਦਾ ਪਿਆਰ ਦੇਖ ਕਰਕੇ, ਵਿਸ਼ੇਸ਼ ਕਰਕੇ ਜਾਣਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ ਹੈ। ਸੀਤਲ ਪੁਰਖ, ਉਹਨਾਂ ਦੇ ਹਿਰਦੇ ਅੰਦਰ ਸੀਤਲਤਾ ਪ੍ਰਾਪਤ ਹੋ ਗਈ। ਉਹਨਾਂ ਦਾ ਹਿਰਦਾ ਪਰਮਾਤਮਾ ਨੇ ਠੰਡਾ ਕਰ ਦਿੱਤਾ, ਜਿਹੜਾ ਹਰ ਸਮੇਂ ਤਪਦਾ ਰਹਿੰਦਾ ਸੀ ਕ੍ਰੋਧ ਦੀ ਅੱਗ ਦੇ ਵਿੱਚ, ਵਿਕਾਰਾਂ ਦੀ ਭੱਠੀ ਵਿੱਚ ਹਰ ਸਮੇਂ ਭੁੱਜਦਾ ਰਹਿੰਦਾ ਸੀਗਾ। ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਹਿਰਦੇ ਨੂੰ ਸ਼ੀਤਲ ਕਰ ਦਿੱਤਾ, ਸ਼ਾਂਤ ਕਰ ਦਿੱਤਾ। ਮਨ ਕਦੇ ਵੀ ਤਪਦਾ ਨਹੀਂ, ਮਨ ਕਦੇ ਵੀ ਮਹਾਰਾਜ ਕਹਿੰਦੇ ਕ੍ਰਿਜਦਾ ਨਹੀਂ ਹੈ। ਐਸਾ ਸੀਤਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੇ ਜੀਵ ਤੇ ਬਖਸ਼ਿਸ਼ ਕੀਤੀ ਹੈ। ਐਸੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਪ੍ਰਸ਼ਾਰਤ ਕਰਨ ਵਾਲੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ। ਸੱਚ ਹੁਕਮ ਤੁਮਾਰਾ ਤਖਤ ਨਿਵਾਸੀ। हे ਪ੍ਰਮਾਤਮਾ, ਆਪ ਜੀ ਦਾ ਹੁਕਮ ਸਦੀਵੀ ਕਾਲ ਦੇ ਸੱਚਾ ਹੈ। ਪਰਮੇਸ਼ਰ ਦੇ ਹੁਕਮ ਕਰਕੇ ਹੀ ਜੀਵਾਂ ਦੀ ਉਤਪਤੀ ਹੈ, ਜੀਵਾਂ ਦੀ ਪਾਲਣਾ ਹੈ, ਜੀਵਾਂ ਦੀ ਲੈਤਾ ਵੀ ਵਾਹਿਗੁਰੂ ਜੀ ਦੇ ਹੁਕਮ ਕਰਕੇ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਵਾਹਿਗੁਰੂ ਦੇ ਹੁਕਮ ਤੋਂ ਬਿਨਾ ਕੋਈ ਨਹੀਂ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ। ਮਹਾਰਾਜ ਜੋ ਸਤ ਸੰਗਤ ਰੂਪੀ ਤਖਤ ਤੇ ਆਪ ਜੀ ਨੇ ਨਿਵਾਸ ਕੀਤਾ ਹੈ ਨਾ, ਇਹ ਵੀ ਮਹਾਰਾਜ ਸੱਚਾ ਹੈ। ਸੰਸਾਰ ਰੂਪੀ ਤਖਤ ਤੇ ਮਹਾਰਾਜ ਆਪ ਜੀ ਨੇ ਨਿਵਾਸ ਕੀਤਾ ਸੰਸਾਰ ਭਰ ਦੇ ਜੀਵਾਂ ਦੇ ਅੰਦਰ, ਇਹ ਵੀ ਤੁਹਾਡਾ ਸੱਚਾ ਸਰੂਪ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣ ਸਰੂਪ ਜੀ, ਸਰਗੁਣ ਸਰੂਪ ਆਪ ਜੀ ਨੇ ਸੰਸਾਰ ਦੇ ਅੰਦਰ ਆਪਣਾ ਪ੍ਰਗਟ ਕੀਤਾ ਹੈ। ਮਹਾਰਾਜ ਸਰੂਪ ਰੂਪੀ ਤਖਤ ਵੀ ਆਪ ਜੀ ਦਾ ਸੱਚਾ ਹੈ। ਮਹਾਰਾਜ ਆਪ ਜੀ ਦਾ ਹੁਕਮ ਇਸ ਦੀਵੀ ਕਾਲ ਦੀ ਸੱਚਾ ਹੈ। ਆਏ ਨਾ ਜਾਵੇ ਮੇਰਾ ਪ੍ਰਭ ਵਿਨਾਸੀ। हे ਗੁਰਸਿੱਖੋ, ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ, ਉਹ ਨਾ ਤਾਂ ਸੰਸਾਰ ਦੇ ਜੀਵਾਂ ਦੀ ਤਰ੍ਹਾਂ ਟੇਢੀਆਂ ਜੂਨਾਂ ਵਿੱਚ ਆਉਂਦਾ ਜਾਂਦਾ ਹੈ, ਜਨਮਦਾ ਮਰਦਾ ਵੀ ਨਹੀਂ ਹੈ। ਅਬਿਨਾਸੀ, ਨਾਸ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲਕ ਹੋਈ।
ਉਸ ਵਾਹਿਗੁਰੂ ਦਾ ਸਿਮਰਨ ਕਰਨ ਵਾਲਿਆਂ ਦੀ ਹਰ ਪ੍ਰਕਾਰ ਦੀ ਪਾਪ ਕਰਮਾਂ ਦੀ, ਔਗੁਣਾਂ ਦੀ, ਗੁਨਾਹਾਂ ਦੀ ਮੈਲ ਸਭ ਲਹਿ ਜਾਂਦੀ ਹੈ। ਜੋ ਅਬਨਾਸੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਾ ਹੈ, ਨਾਸ ਤੋਂ ਰਹਿਤ ਤੋਂ ਪਰਮੇਸ਼ਰ ਹੈ, ਕਦੇ ਆਵਾਗਮਨ ਦੇ ਚੱਕਰ ਵਿੱਚ ਪੈਣ ਵਾਲਾ ਨਹੀਂ ਹੈ। ਤੁਮ ਮਿਹਰਬਾਨ ਦਾਸ ਹਮ ਦੀਨਾ। हे ਅਕਾਲ ਪੁਰਖ ਵਾਹਿਗੁਰੂ, ਆਪ ਜੀ ਮਿਹਰਬਾਨ ਹੋ। ਮਹਾਰਾਜ ਅਸੀਂ ਤੁਹਾਡੇ ਦਾਸਰੇ ਹਾਂ। हे ਗਰੀਬ ਨਵਾਜ, ਦਾਸਰੇ ਬਣ ਕਰਕੇ, ਦਾਸ ਦਾ ਭਾਵਨਾ ਧਾਰਨ ਕਰਕੇ ਮਹਾਰਾਜ ਦੀਨਾ ਗਰੀਬ ਹੋ ਕਰਕੇ ਅਸੀਂ ਬੇਨਤੀ ਕਰਦੇ ਹਾਂ। ਤੁਮ ਮਿਹਰਬਾਨ ਦਾਸ ਹਮ ਦੀਨਾ। ਅਸੀਂ ਮਹਾਰਾਜ ਦੀਨ ਹਾਂ, ਬੜੇ ਨਿਮਰਤਾ ਵਾਲੇ ਹਾਂ। ਗਰੀਬ ਨਵਾਜ ਤੁਹਾਡੇ ਘਰ ਦੇ ਦਾਸਰੇ ਹਾਂ, ਤੁਹਾਡੇ ਮਹਾਰਾਜ ਅਸੀਂ ਚਾਕਰ ਹਾਂ। ਨਾਨਕ ਸਾਹਿਬ ਭਰਪੁਰ ਲੀਣਾ। ਜਿਨ੍ਹਾਂ ਤੇ ਮਹਾਰਾਜ ਆਪ ਜੀ ਕਿਰਪਾ ਕਰ ਦਿੰਦੇ ਹੋ, ਉਹ ਗੁਰਮੁਖ ਪਿਆਰੇ ਨਿਸ਼ਚੈ ਕਰਕੇ ਜਾਣ ਲੈਂਦੇ ਕਿ ਪਰਮੇਸ਼ਰ ਸਭ ਥਾਵਾਂ ਤੇ ਪਰਿਪੂਰਵਕ ਹੋ ਰਿਹਾ ਹੈ। ਲੀਨਾ ਪਰਮਾਤਮਾ ਲੀਨ ਹੋ ਰਿਹਾ, ਸਾਰਿਆਂ ਦੇ ਵਿੱਚ ਮਿਲਿਆ ਹੋਇਆ ਪਰਮੇਸ਼ਰ ਤਾਣੇ ਪੇਟੇ ਦੀ ਤਰ੍ਹਾਂ ਉਹ ਤੱਤਾਂ ਵਿੱਚ ਤੱਤਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਤਿੰਨਾਂ ਗੁਣਾਂ ਦੇ ਸੁਭਾਵਾਂ ਵਾਲੇ ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹ ਜਿਹੇ ਗੁਣਾਂ ਵਾਲੇ ਰੂਪ ਹੋ ਕਰਕੇ ਪਰਮੇਸ਼ਰ ਤੂੰ ਵਰਤਦਾ ਪਿਆ। ਸਾਧ ਸੰਗਤ ਜੀ, ਪਾਣੀ ਦਾ ਸੁਭਾਅ ਆਪਣਾ, ਅੱਗ ਦਾ ਆਪਣਾ ਸੁਭਾਅ ਹੈ, ਤੇ ਹਵਾ ਦਾ ਆਪਣਾ ਸੁਭਾਅ ਹੈ, ਧਰਤ ਦਾ ਆਪਣਾ, ਆਕਾਸ਼ ਦਾ ਆਪਣਾ ਸੁਭਾਅ ਹੈ। ਇਸ ਪ੍ਰਕਾਰ ਇਹ ਤੱਤਾਂ ਦੇ ਸੁਭਾਅ ਵੱਖੋ ਵੱਖਰੇ ਨੇ। ਇਹਨਾਂ ਸੁਭਾਵਾਂ ਰੂਪ ਹੋ ਕੇ ਵੀ ਪਰਮੇਸ਼ਰ ਆਪ ਹੀ ਵਰਤਦਾ ਪਿਆ। ਤੇ ਸਾਧ ਸੰਗਤ ਜੀ, ਕਿੰਨਾ ਵੱਡਾ ਤੇ ਸੱਚਾ ਹੁਕਮ ਹੈ ਪ੍ਰਮਾਤਮਾ ਦਾ। ਪੰਜ ਤੱਤਾਂ ਦੇ ਵੱਖੋ ਵੱਖਰੇ ਆਪੋ ਆਪਣੇ ਸੁਭਾਅ, ਪਰ ਪੰਜਾਂ ਤੱਤਾਂ ਨੂੰ ਇੱਕ ਸਰੀਰ ਦੇ ਵਿੱਚ ਪ੍ਰਮਾਤਮਾ ਨੇ ਹੁਕਮ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਨਾ ਤਾਂ ਅੱਗ ਸਾੜਦੀ ਹੈ, ਨਾ ਪਾਣੀ ਡੋਬਦਾ ਹੈ। ਹਵਾ ਦਾ ਆਪਣਾ ਸੁਭਾਅ ਹੈ, ਆਕਾਸ਼ ਦਾ ਆਪਣਾ ਸੁਭਾਅ ਹੈ, ਨਿਰਖੋਭਤਾ ਹੈ। ਪਰ ਸਾਧ ਸੰਗਤ ਜੀ, ਪਰਮੇਸ਼ਰ ਨੇ ਹੁਕਮ ਬੰਦ ਕਰਕੇ ਇਹਨਾਂ ਤੱਤਾਂ ਨੂੰ ਵੀ ਰੱਖਿਆ, ਜਿਸ ਕਰਕੇ ਆਪੋ ਆਪਣੇ ਸੁਭਾਅ ਵੱਖੋ ਵੱਖਰੇ ਹੋਣ ਦੇ ਬਾਵਜੂਦ ਵੀ ਇੱਕ ਥਾਂ ਤੇ ਇਕੱਤਰ ਹੋ ਕਰਕੇ ਸਰੀਰ ਦੇ ਅੰਦਰ ਰਹਿ ਰਹੇ ਹੈ। ਇਹ ਪੰਜਾਂ ਤੱਤਾਂ ਦਾ ਵਾਹਿਗੁਰੂ ਨੇ ਜਿਹੜਾ ਸਰੀਰ ਬਣਾਇਆ ਹੋਇਆ। ਤਾਂ ਹਜੂਰ ਕਹਿੰਦੇ ਨਾਨਕ ਸਾਹਿਬ ਭਰਪੁਰ ਲੀਣਾ। हे ਪਰਮੇਸ਼ਰ, ਆਪ ਜੀ ਦਾ ਸਰੂਪ ਸਰਬ ਥਾਵਾਂ ਤੇ ਵਰਤ ਰਿਹਾ। ਮਹਾਰਾਜ ਸਭ ਜੀਵਾਂ ਰੂਪ ਹੋ ਕਰਕੇ ਆਪ ਜੀ ਲੀਨ ਹੋ ਰਹੇ ਹੋ। ਵਡਹੰਸ ਮਹੱਲਾ ਪੰਜਵਾ। ਤੂੰ ਬੇਅੰਤ ਕੋ ਬਿਰਲਾ ਜਾਣੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, हे ਪ੍ਰਮਾਤਮਾ, ਤੇਰਾ ਸਰੂਪ ਬੇਅੰਤ ਹੈ, ਕੋਈ ਅੰਤ ਨਹੀਂ ਪਾ ਸਕਦਾ। ਮਹਾਰਾਜ ਕਿਸੇ ਨੇ ਕਿੰਨੇ ਕੁ ਜੀਵਾਂ ਨੇ ਪਾਇਆ, ਕਹਿੰਦੇ ਕੋ ਬਿਰਲਾ ਜਾਣੈ। ਇਸ ਤਾਤਪਰਜ ਨੂੰ, ਇਸ ਤਤ ਨੂੰ, ਇਸ ਸਿਧਾਂਤ ਨੂੰ ਕਿਸੇ ਵਿਰਲੇ ਗੁਰਮੁਖ ਪਿਆਰੇ ਨੇ ਜਾਣਿਆ ਹੈ ਕਿ ਪਰਮੇਸ਼ਰ ਬੇਅੰਤ ਹੈ। ਨਹੀਂ ਤਾਂ ਬੇਅੰਤ ਸੰਸਾਰ ਦੇ ਜੀਵ ਯਤਨ ਕਰ ਰਹੇ ਆ ਪਰਮਾਤਮਾ ਦਾ ਅੰਤ ਪਾਉਣ ਦੇ ਲਈ। ਕੋਈ ਗੁਰਮੁਖ ਪਿਆਰੇ ਵਿਰਲੇ ਹਨ ਜਿਨ੍ਹਾਂ ਨੇ ਅੰਤ ਪਾਉਣ ਦੀ ਥਾਂ ਤੇ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਉਣ ਦੇ ਲਈ ਹਿਰਦੇ ਅੰਦਰ ਪਿਆਰ ਧਾਰਨ ਕੀਤਾ ਹੋਇਆ ਹੈ। ਪਿਆਰ ਵਿੱਚ ਭਿੱਜੇ ਹੋਏ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦੇ ਆ, ਪਰਮੇਸ਼ਰ ਦੇ ਸਰੂਪ ਦਾ ਆਨੰਦ ਮਾਣਦੇ ਨੇ। ਸਾਧ ਸੰਗਤ ਜੀ, ਅੰਤ ਪਾਉਣ ਦਾ ਫੁਰਨਾ ਉਹ ਵਿਚਾਰ ਆਪਣੇ ਅੰਦਰੋਂ ਕੱਢ ਦਿੰਦੇ ਆ ਕਿ ਜਿਹੜਾ ਹੈ ਬੇਅੰਤ ਹੈ, ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ। ਤੂੰ ਬੇਅੰਤ ਕੋ ਵਿਰਲਾ ਜਾਣੈ। ਇਸ ਤੱਤ ਨੂੰ ਸਾਧ ਸੰਗਤ ਜੀ ਕੋ ਵਿਰਲਾ ਹੀ ਜਾਣਦਾ ਹੈ। ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਕੋਈ ਵਿਰਲਾ ਗੁਰਮੁਖ ਪਿਆਰਾ ਹੁੰਦਾ ਜਿਹੜਾ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਕਰਦਾ ਹੈ। ਹਰ ਇੱਕ ਜੀਵ ਨੇ ਪ੍ਰਮਾਤਮਾ ਦੇ ਸਰੂਪ ਨੂੰ ਜਾਣਦਾ ਹੈ। ਜਿਨ੍ਹਾਂ ਨੇ ਮਹਾਰਾਜ ਜੀ ਦੇ ਸ਼ਬਦ ਨੂੰ ਜੀਵਨ ਵਿੱਚ ਕਮਾਇਆ ਹੈ, ਜਿਨ੍ਹਾਂ ਗੁਰਮੁਖਾਂ ਵਡਭਾਗੇ ਪਿਆਰੇ ਗੁਰਸਿੱਖਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ, ਸ਼ਬਦ ਦਾ ਅਭਿਆਸ ਕੀਤਾ ਹੈ, ਸ਼ਬਦ ਦੁਆਰਾ ਹੀ ਪਰਮੇਸ਼ਰ ਦੇ ਸਰੂਪ ਦੀ ਪਹਿਚਾਣ ਕੀਤੀ ਹੈ। ਸੇਵਕ ਕੀ ਅਰਦਾਸ ਪਿਆਰੇ। ਇਹ ਪਿਆਰੇ ਪ੍ਰਮਾਤਮਾ ਜੀ, ਸੇਵਕ ਦੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਮਹਾਰਾਜ ਮਨ ਬੁੱਧ ਰੂਪੀ ਹੱਥ ਜੋੜ ਕਰਕੇ ਅਸੀਂ ਅਰਜ਼ੋਈ ਕਰਦੇ ਹਾਂ। ਜਪ ਜੀਵਾ ਪ੍ਰਭ ਚਰਨ ਤੁਮਾਰੇ। ਇਹ ਪਿਆਰੇ ਪਰਮੇਸ਼ਰ ਜੀ, ਤੁਹਾਡੇ ਨਾਮ ਰੂਪ ਚਰਨਾਂ ਨੂੰ ਜਪ ਕਰਕੇ ਅਸੀਂ ਜੀਵਤ ਭਾਵ ਵਿੱਚ ਰਹਿੰਦੇ ਹਾਂ। ਤਾਂ ਹੀ ਮਹਾਰਾਜ ਸਾਡਾ ਅਸਲ ਜੀਵਨ ਹੈ। हे ਗਰੀਬ ਨਵਾਜ, ਜੇ ਆਪ ਜੀ ਦਾ ਨਾਮ ਜਪਦੇ ਆ ਤਾਂ ਹੀ ਮਹਾਰਾਜ ਸਾਡਾ ਜੀਵਨ ਹੈ, ਅਸਲ ਆਤਮਿਕ ਜੀਵਨ ਸਾਨੂੰ ਪ੍ਰਾਪਤ ਹੁੰਦਾ ਹੈ। ਤੁਹਾਡੇ ਨਾਮ ਤੋਂ ਬਿਨਾ, ਤੁਹਾਡੇ ਜਾਪ ਤੋਂ ਬਿਨਾ ਮਹਾਰਾਜ ਕਾਹਦਾ ਸਾਡਾ ਜੀਵਨ ਹੈ।
ਕਿਉਂਕਿ ਜਿਹੜਾ ਜੀਵ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦਾ ਹੈ, ਸਾਧ ਸੰਗਤ ਜੀ, ਉਹ ਜ਼ਿੰਦਗੀ ਭਰ ਜੀਵ ਕਦੇ ਸੁਪਨੇ ਵਿੱਚ ਵੀ ਮਹਾਰਾਜ ਕਹਿੰਦੇ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਜਿਸ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ, ਕਦੇ ਰੱਬ ਨੂੰ ਚੇਤੇ ਨਹੀਂ ਕੀਤਾ। ਨਾਮ ਵਿਸਾਰ ਕਰਹਿ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮਹਿ ਰੋਗ। ਸੰਸਾਰ ਦੇ ਸੁੱਖਾਂ ਨੂੰ ਮਾਨਣ ਦੇ ਵਿੱਚ ਹਰ ਸਮੇਂ ਭੋਗਣ ਵਿੱਚ ਲੱਗਾ ਰਹਿੰਦਾ, ਪਰ ਰੱਬ ਨੂੰ ਨਹੀਂ ਕਦੇ ਵੀ ਚੇਤੇ ਕਰਦਾ। ਜੇ ਨਹੀਂ ਚੇਤੇ ਕਰਦਾ ਤੇ ਮਹਾਰਾਜ ਕਹਿੰਦੇ ਫਿਰ ਪ੍ਰਤੱਖ ਤਾਂ ਕਿ ਸੁਪਨੇ ਕਰਕੇ ਵੀ ਤੈਨੂੰ ਜੀਵ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਸੁਪਨੇ ਵਿੱਚ ਵੀ ਦੁਖੀ ਹੁੰਦਾ, ਭੱਬਾ ਹੀ ਮਾਰ-ਮਾਰ ਕਰਕੇ ਰੋ ਰਿਹਾ ਹੁੰਦਾ, ਕਦੇ ਕਿਸੇ ਨਾਲ ਝਗੜਾ ਕਰ ਰਿਹਾ ਹੁੰਦਾ, ਕਦੇ ਕਿਸੇ ਦੇ ਗਲ ਪੈ ਜਾਂਦਾ, ਕਦੇ ਕਿਸੇ ਨਾਲ ਝਗੜਨਾ ਸ਼ੁਰੂ ਕਰ ਦਿੰਦਾ। ਸੋ ਇਸ ਪ੍ਰਕਾਰ ਪ੍ਰਤੱਖ ਵੀ ਲੜਦਾ ਰਹਿੰਦਾ, ਭੱਬਾ ਮਾਰ-ਮਾਰ ਕਰਕੇ ਰੋਂਦਾ ਝੂਰਦਾ ਰਹਿੰਦਾ, ਤੇ ਸੁੱਤਿਆਂ ਹੋਇਆ ਸੁਪਨੇ ਵਿੱਚ ਵੀ ਉਹ ਕੁਝ ਹੀ ਕਰਦਾ ਰਹਿੰਦਾ ਜੋ ਜ਼ਿੰਦਗੀ ਜੀਵਨ ਕਾਲ ਦੌਰਾਨ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਮਹਾਰਾਜ ਤੁਹਾਡੇ ਨਾਮ ਰੂਪ ਚਰਨਾਂ ਨੂੰ ਜਪ ਕਰਕੇ ਜੀਵਤ ਭਾਵ ਦੇ ਵਿੱਚ ਰਹਿੰਦੇ ਹਾਂ। ਅਸਲ ਜੀਵਨ ਮਹਾਰਾਜ ਇਹੋ ਹੀ ਹੈ। ਉਹ ਧੰਨ ਹਨ ਗੁਰਮੁਖ ਪਿਆਰੇ ਸਾਧ ਸੰਗਤ ਜੀ, ਜਾਗਦੇ ਵੀ ਜਿਹੜਾ ਵਾਹਿਗੁਰੂ ਦਾ ਜਾਪ ਕਰਦੇ ਹੈ, ਉਹ ਕਿਤੇ ਸੁਪਨੇ ਵਿੱਚ ਬਰੜਾ ਵੀ ਜਾਣ ਨਾ ਕਿਤੇ ਸੁਪਨਾ ਆਵੇ ਤਾਂ ਵੀ ਰੱਬ ਦਾ ਨਾਮ ਹੀ ਉਹਨਾਂ ਨੂੰ ਚੇਤੇ ਆਉਂਦਾ। ਜਿਨ੍ਹਾਂ ਬਾਬਤ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਨਾ, ਕਬੀਰ ਸੁਪਨੇ ਹੂ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਕਹਿੰਦੇ ਸਾਡੇ ਸਰੀਰ ਦਾ ਜੋੜਾ ਬਣਾ ਕੇ ਨਾ, ਜੁੱਤੀ ਬਣਾ ਕੇ ਉਹ ਸਿੱਖ ਦੇ ਚਰਨੀ ਪਾ ਦੇਵੋ। ਜਿਸ ਨੂੰ ਸੁਪਨੇ ਵਿੱਚ ਵੀ ਬਰੜਾ ਕੇ ਰੱਬ ਚੇਤੇ ਆਉਂਦਾ, ਤੇ ਰੱਬ ਉਹਨਾਂ ਨੂੰ ਚੇਤੇ ਆਵੇਗਾ ਨਾ ਜਿਨ੍ਹਾਂ ਨੇ ਜਾਗਦਿਆਂ ਰੱਬ ਨੂੰ ਚੇਤੇ ਕੀਤਾ। ਜਾਗਦਿਆਂ ਸਾਰੇ ਸੰਸਾਰ ਭਰ ਦੀਆਂ ਨਿੰਦਿਆ ਚੁਗਲੀਆਂ ਗੱਲਾਂ ਬਾਤਾਂ ਜਾਂ ਲੜਾਈ ਝਗੜਾ ਕਰਦੇ ਰਹੇ, ਸੁਪਨੇ ਵਿੱਚ ਵੀ ਉਸੇ ਤਰ੍ਹਾਂ ਚੱਲਦਾ ਰਹਿੰਦਾ। ਉਹ ਸੁਰਤ ਉਸੇ ਕਦੇ ਟਿਕੀ ਰਹਿੰਦੀ ਹੈ। ਤੇ ਮਹਾਰਾਜ ਕਹਿੰਦੇ ਅਸਲ ਜੀਵਨ ਮਹਾਰਾਜ ਸਾਡਾ ਇਹੋ ਹੈ, ਜੋ ਆਪ ਜੀ ਦੇ ਨਾਮ ਰੂਪ ਚਰਨਾਂ ਨੂੰ ਚੇਤੇ ਕਰਦੇ ਹਾਂ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਦਇਆਲ ਪੁਰਖ ਮੇਰੇ ਪ੍ਰਭ ਦਾਤੇ। हे ਮੇਰੇ ਪ੍ਰਭੂ ਜੀ, ਸ਼੍ਰੋਮਣੀ ਦਾਤੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦਇਆ ਦੇ ਘਰ ਹੋ। ਮਹਾਰਾਜ ਸਭ ਤੋਂ ਸਾਰੇ ਜਗਤ ਨੂੰ ਬਾਲਕ ਨੂੰ ਪੈਦਾ ਕਰਨ ਵਾਲੇ ਪੁਰਖ ਸਰੂਪ ਹੋ। ਜਿਸ ਹੈ ਜਨਾਬਹੁ ਤਿਨ ਹੈ ਤੁਮ ਜਾਤੇ। हे ਪਰਮੇਸ਼ਰ, ਭਾਵੇਂ ਲੱਖਾਂ ਸੰਸਾਰ ਦੇ तमाम ਜੀਵ ਯਤਨ ਕਰ ਰਹੇ ਨੇ ਤੁਹਾਡੇ ਸਰੂਪ ਨੂੰ ਜਾਣਨ ਦੇ ਲਈ, ਰੱਬ ਨੂੰ ਪਾਉਣ ਦੇ ਵਾਸਤੇ, ਪਰ ਜਿਸ ਨੂੰ ਪ੍ਰਮਾਤਮਾ ਆਪਣਾ ਸਰੂਪ ਜਣਾਉਣਾ ਚਾਹੇ ਉਹ ਹੀ ਜਾਣ ਸਕਦਾ। ਨਹੀਂ ਤਾਂ ਸਾਧ ਸੰਗਤ ਜੀ ਜ਼ਿੰਦਗੀ ਭਰ ਮੱਤ ਤੇ ਪਰਦਾ ਹੀ ਪਾ ਕੇ ਰੱਖਦਾ। ਪ੍ਰਮਾਤਮਾ ਜੀਵਾਂ ਦੀ ਮੱਤ ਤੇ ਭਰਮ ਦਾ ਪਰਦਾ ਹੀ ਪਾ ਕੇ ਰੱਖਦਾ, ਮੋਹ ਮਮਤਾ ਦੀਆਂ ਕਨਾਤਾਂ ਹੀ ਤਾਣ ਕੇ ਰੱਖਦਾ ਜੀਵ ਦੀ ਮੱਤ ਦੇ ਉੱਪਰ। ਸਤਿਗੁਰੂ ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਇੱਕ ਨਾ ਨੋ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਜਿਨ੍ਹਾਂ ਨੂੰ ਰੱਬ ਨੇ ਸੋਝੀ ਦਿੱਤੀ ਹੈ, ਮੋਹ ਮਮਤਾ ਦੀਆਂ ਕਨਾਤਾਂ ਹਟਾ ਦਿੱਤੀਆਂ ਨੇ, ਸਾਧ ਸੰਗਤ ਜੀ, ਉਹਨਾਂ ਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਦਿਸਿਆ ਹੈ, ਦਿਸਦਾ ਹੈ। ਉਹ ਵਾਹਿਗੁਰੂ ਦੇ ਸਰੂਪ ਨੂੰ ਉਹਨਾਂ ਨੇ ਜਾਣਦੇ ਹੈ। ਪਰ ਜਿਹੜੇ ਬੇਪਰਵਾਹ ਹੋ ਕਰਕੇ ਤੁਰੇ ਫਿਰ ਰਹੇ ਨੇ, ਐਸਾ ਵਾਹਿਗੁਰੂ ਨੇ ਮੋਹ ਮਮਤਾ ਦਾ ਪਰਦਾ ਉਹਨਾਂ ਦੀ ਮੱਤ ਤੇ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਰੱਬ ਉਹਨਾਂ ਦੇ ਕੋਲ ਹੁੰਦਾ ਹੋਇਆ ਵੀ ਉਹਨਾਂ ਨੂੰ ਦਿਸਦਾ ਨਹੀਂ, ਕਿਉਂਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਹੈ ਜਨਾਵਹੁ ਤਿਨਹਿ ਤੁਮ ਜਾਤੇ। ਮਹਾਰਾਜ ਜਿਹਨੂੰ ਆਪ ਜੀ ਆਪਣਾ ਸਰੂਪ ਜਣਾਉਂਦੇ ਉਹ ਹੀ ਜਾਣ ਸਕਦਾ ਹੈ। ਸਦਾ ਸਦਾ ਜਾਈ ਬਲਿਹਾਰੀ। हे ਗਰੀਬ ਨਵਾਜ, ਸਦਾ ਸਦਾ ਆਪ ਜੀ ਤੁਮ ਬਲਿਹਾਰ ਜਾਂਦੇ ਹਾਂ। ਇਤ ਉਤ ਦੇਖਾਓ ਓਟ ਤੁਮਾਰੀ। ਮਹਾਰਾਜ ਸੱਚੇ ਪਾਤਸ਼ਾਹ ਇਤ ਉਤ, ਇਤ ਲੋਕ ਤੇ ਉਤ ਪਰਲੋਕ, ਇਤ ਇੱਥੇ ਤੇ ਮਹਾਰਾਜ ਉਤ ਹੋਰ ਥਾਵਾਂ ਥਾਵਾਂ ਤੇ ਵੀ ਤੁਹਾਡੀ ਓਟ, ਤੁਹਾਡਾ ਹੀ ਆਸਰਾ ਮਹਾਰਾਜ ਸਾਰੇ ਜੀਵਾਂ ਨੂੰ ਹੈ। हे ਗਰੀਬ ਨਵਾਜ, ਲੋਕ ਪਰਲੋਕ ਦੇ ਵਿੱਚ ਤੁਹਾਡੇ ਚਰਨਾਂ ਦਾ ਸੱਚਾ ਆਸਰਾ ਹੈ। ਕੋਈ ਕਿਸੇ ਦਾ ਆਸਰਾ ਧਾਰਨ ਕਰ ਲੈਂਦਾ, ਕੋਈ ਕਿਸੇ ਨੂੰ ਆਪਣਾ ਆਸਰਾ ਮੰਨ ਲੈਂਦਾ, ਪਰ ਗਰੀਬ ਨਵਾਜ ਜਿੰਨੇ ਵੀ ਸੰਸਾਰ ਭਰ ਦੇ ਆਸਰੇ ਹੈ ਨਾ, ਮਹਾਰਾਜ ਸਦਾ ਨਹੀਂ ਨਿਭਣ ਵਾਲੇ ਨਾਲ, ਸਦਾ ਰਹਿਣ ਵਾਲੇ ਨਹੀਂ ਹੈ। ਪਤਾ ਨਹੀਂ ਕਿਹੜੇ ਵੇਲੇ ਸਾਥ ਛੱਡ ਜਾਣਾ ਹੈ, ਪਰ ਮਹਾਰਾਜ ਤੁਹਾਡਾ ਆਸਰਾ ਸਦੀਵੀ ਕਾਲ ਲਈ ਸੱਚਾ ਹੈ।
ਤਾਂ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਸਿੱਖਾਂ ਦੀ ਬੇਨਤੀ ਕਰਨੇ ਤੇ ਮਹਾਰਾਜ ਸਾਨੂੰ ਕਿਹਦੀ ਟੇਕ, ਕਿਸ ਦਾ ਆਸਰਾ ਲੈਣਾ ਚਾਹੀਦਾ। ਹਜੂਰ ਕਹਿੰਦੇ ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਵਾਹਿਗੁਰੂ ਜੀ ਦਾ ਸਿਮਰਨ ਕਰਨੇ ਕਰਕੇ ਸਾਰੇ ਦੁੱਖ ਚਲੇ ਜਾਂਦੇ, ਜਿਸ ਵਾਹਿਗੁਰੂ ਜੀ ਦੀ ਟੇਕ ਜੀਵਨ ਵਿੱਚ ਧਾਰਨ ਕਰਨ ਦੇ ਨਾਲ ਫਿਰ ਹੋਰ ਟੇਕ ਨਹੀਂ ਕੋਈ ਲੈਣੀ ਪੈਂਦੀ। ਜੇ ਪਰਮੇਸ਼ਰ ਦਾ ਆਸਰਾ ਲੈ ਲਈਏ ਫਿਰ ਸਾਧ ਸੰਗਤ ਜੀ ਹੋਰ ਕਿਸੇ ਦਾ ਆਸਰਾ ਨਹੀਂ ਲੈਣਾ ਪੈਂਦਾ, ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਆਪ ਹੀ ਕਿਰਪਾ ਕਰਕੇ ਸਭ ਥਾਵਾਂ ਤੇ ਰੱਖਿਆ ਕਰਦਾ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਅੰਗ ਸੰਗ ਸਹਾਇਕ ਹੁੰਦਾ ਹੈ। ਸਰਬ ਕਾਰਜਾਂ ਦੇ ਵਿੱਚ ਵੀ ਵਾਹਿਗੁਰੂ ਆਪ ਹੀ ਸਫਲਤਾ ਕਰ ਦਿੰਦਾ ਹੈ। ਸਭ ਥਾਵਾਂ ਤੇ ਪਰਮੇਸ਼ਰ ਆਪ ਹੀ ਆਸਰਾ ਰੂਪ ਹੋ ਕਰਕੇ ਜੀਵ ਤੇ ਕਿਰਪਾ ਕਰਦਾ ਹੈ। ਤੋ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਪਰਮਾਤਮਾ ਸਦਾ ਸਦਾ ਜਾਈ ਬਲਿਹਾਰੀ, ਇਤ ਉਤ ਦੇਖੋ ਓਟ ਤੁਮਾਰੀ। ਮਹਾਰਾਜ ਇਧਰ ਉਧਰ ਲੋਕ ਪਰਲੋਕ ਵਿੱਚ ਤੁਹਾਡੇ ਚਰਨਾਂ ਦਾ ਆਸਰਾ ਹੈ। ਤੁਹਾਡੀ ਮਹਾਰਾਜ ਅਸੀਂ ਓਟ ਲਈ ਹੈ। ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਮਹਾਰਾਜ ਮੈਂ ਤਾਂ ਨਿਰਗੁਣ ਹਾਂ, ਕੋਈ ਵੀ ਸਾਡੇ ਅੰਦਰ ਹੈ ਪਰਮੇਸ਼ਰ ਗੁਣ ਨਹੀਂ ਹੈ। ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸ ਰਹੇ, ਗੁਰਸਿੱਖਿਓ ਬੇਨਤੀ ਕਰਿਆ ਕਰ, ਮੋਹ ਨਿਰਗੁਣ। ਮਹਾਰਾਜ ਅਸੀਂ ਗੁਣਾ ਤੋਂ ਹੀਣ ਹੈ, ਕੋਈ ਵੀ ਸਾਡੇ ਅੰਦਰ ਗੁਣ ਨਹੀਂ ਹੈ। ਗੁਣ ਕਿਛੂ ਨਾ ਜਾਤਾ, ਗੁਣਾ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਦਾ ਕੋਈ ਵੀ ਗੁਣ ਅਸੀਂ ਜਾਣਿਆ ਨਹੀਂ ਹੈ। ਬੇਅੰਤ ਮਹਾਰਾਜ ਆਪ ਜੀ ਦੇ ਸਾਡੇ ਤੇ ਉਪਕਾਰ ਹਨ, ਪਰ ਫਿਰ ਵੀ ਅਸੀਂ ਮਹਾਰਾਜ ਅਕਿਰਤ ਕਣ ਬਣ ਰਹੇ ਹਾਂ। ਸਾਰੀਆਂ ਦਾਤਾਂ ਆਪ ਜੀ ਦੀਆਂ ਬਖਸ਼ੀਆਂ, ਸਾਰੇ ਸੁੱਖ ਸਹੂਲਤਾਂ ਤੁਹਾਡੇ ਬਖਸ਼ੇ ਹੋਏ ਨੇ, ਪਰ ਮਹਾਰਾਜ ਇੱਕ ਵੀ ਆਪ ਜੀ ਦੇ ਗੁਣ ਦੀ ਅਸੀਂ ਕਦਰ ਨਹੀਂ ਕਰਦੇ, ਇੱਕ ਵੀ ਤੁਹਾਡੇ ਉਪਕਾਰ ਦਾ ਕਦੇ ਸ਼ੁਕਰਾਨਾ ਨਹੀਂ ਕਰਦੇ, ਕਦੇ ਮਹਾਰਾਜ ਅਸੀਂ ਧੰਨਵਾਦ ਨਹੀਂ ਕਰਦੇ। ਮਹਾਰਾਜ ਅਸੀਂ ਗੁਣਾ ਤੋਂ ਹੀਣੇ, ਗੁਣ ਕਛੂ ਨਾ ਜਾਤਾ। ਆਪ ਜੀ ਦੇ ਗੁਣ ਨੂੰ ਮਹਾਰਾਜ ਕੋਈ ਜਾਣਿਆ ਨਹੀਂ ਹੈ। ਨਾਨਕ ਸਾਧੂ ਦੇਖ ਮਨ ਰਾਤਾ। ਹੇ ਸੱਚੇ ਪਾਤਸ਼ਾਹ ਮਹਾਰਾਜ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ, ਨਾਨਕ ਸਾਧੂ ਦੇਖ ਮਨ ਰਾਤਾ, ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਤਦਾਕਾਰ ਹੋਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਥਵਾ ਜਿਹੜੇ ਸਾਧੂ ਜਾਣੇ ਆ ਨਾ, ਉਹ ਵਾਹਿਗੁਰੂ ਦੇ ਸਰੂਪ ਨੂੰ ਸਦਾ ਹੀ ਵਿਚਾਰ ਰੂਪੀ ਨਿਗਾਹ ਦੇ ਨਾਲ ਦੇਖਦੇ ਹਨ। ਉਹਨਾਂ ਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਭਰਮ ਰੂਪੀ ਫੋਲੇ ਨਹੀਂ ਪਏ ਹੋਏ। ਇਹ ਸਾਫ਼ ਨਿਗਾਹ ਉਹਨਾਂ ਦੇ ਨੇਤਰਾਂ ਦੀ, ਉਹ ਪਰਮਾਤਮਾ ਦੇ ਸਾਫ਼ ਸ਼ੁੱਧ ਸਰੂਪ ਨੂੰ ਸਭ ਥਾਵਾਂ ਤੇ ਦੇਖਦੇ ਹੈ। ਨਾਨਕ ਸਾਧੂ ਦੇਖ ਮਨ ਰਾਤਾ। ਤੇ ਮਹਾਰਾਜ ਉਹਨਾਂ ਸਾਧੂਆਂ ਨੂੰ ਦੇਖ ਕਰਕੇ ਸਾਡਾ ਵੀ ਮਨ ਰੱਤਾ ਤਦਾਕਾਰ ਹੋ ਗਿਆ। ਸਾਡੇ ਤੇ ਵੀ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਦੇ ਵਿੱਚ ਸਾਨੂੰ ਵੀ ਐਸਾ ਆਪ ਜੀ ਨੇ ਕਿਰਪਾ ਕਰਕੇ ਰੰਗ ਲਾਇਆ। ਸਭ ਥਾਵਾਂ ਤੇ ਸਰਬ ਜੀਵਾਂ ਦੇ ਅੰਦਰ ਤੁਹਾਡਾ ਹੀ ਸਰੂਪ ਗਰੀਬ ਨਵਾਜ ਸਾਨੂੰ ਸਭ ਥਾਵਾਂ ਤੇ ਨਜ਼ਰ ਆਉਂਦਾ ਹੈ। ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਈ। ਐਸੀ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ, ਨਾਨਕ ਸਾਧੂ ਦੇਖ ਮਨ ਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।